ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮਨੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਦੋਹਰਾ ਪ੍ਰਭ ਜੀ ਕਾਗਦ ਲਿਓ ਨਿਕਾਰਾ ਹਮਰੋ ਲਿਖਿਓ ਜੇਬ ਜੋ ਡਾਰਾ ਮਮ ਦਿਖਾਏ ਸੋ ਦੀਜੇ ਫਾਰ ਸਫਲ ਹੋਏ ਮੇਰੋ ਉਪਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਪਿਛਲੇ ਦਿਨੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਕਤਸਰ ਸਾਹਿਬ ਦਾ ਜੰਗ ਕੀਤਾ ਹੈ, ਜਿਸ ਦੇ ਵਿੱਚ ਮਾਝੇ ਵਾਲੇ ਸਿੰਘਾਂ ਨੇ ਆਪਣਾ ਚੰਗਾ ਰੋਲ ਨਿਭਾਇਆ ਅਤੇ ਮਜੀਦੇ ਦੀਆਂ ਫੌਜਾਂ ਨੂੰ ਲਸ਼ਕਰ ਨੂੰ ਨੇਸਤੋ ਨਬੂਤ ਕਰਦੇ ਹੋਏ ਉਹਨਾਂ ਨੂੰ ਸ਼ਿਕਸਤ ਦਿੱਤੀ ਹੈ, ਹਰਾ ਦਿੱਤਾ ਹੈ। ਉਹ ਵਾਪਸ ਮੁੜ ਗਏ। ਇਸ ਦੇ ਦੌਰਾਨ ਉਹ 40 ਸਿੰਘਾਂ ਦੇ ਵਿੱਚੋਂ ਕਾਫੀ ਸਿੰਘ ਜਿਹੜੇ ਹਨ ਉਹ ਸ਼ਹੀਦੀਆਂ ਪਾ ਗਏ। ਮਾਤਾ ਭਾਗ ਕੌਰ ਜਿਸ ਦੇ ਕੁਝ ਸੱਟਾਂ ਲੱਗੀਆਂ ਹਨ ਅਤੇ ਭਾਈ ਮਹਾਂ ਸਿੰਘ ਜੋ ਗੁਰੂ ਪਿਆਰਿਓ ਕਾਫੀ ਜ਼ਖਮ ਖਾ ਕਰਕੇ ਹਲੇ ਜਿਉਂਦਾ ਹੈ, ਸਾਹ ਵਗਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਸਾਹਿਬ ਤੋਂ ਉਤਰ ਕੇ ਥੱਲੇ ਆਉਂਦੇ ਆ ਅਤੇ ਇਹਨਾਂ ਸਿੰਘਾਂ ਨੂੰ ਵੇਖਦੇ ਹਨ ਅਤੇ ਪਤਾ ਲੱਗਿਆ ਵੀ ਇਹ ਤਾਂ ਉਹੀ ਮਾਝੇ ਵਾਲੇ ਸਿੰਘ ਹੈ ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ। ਕਿਸੇ ਦੀਆਂ ਦਸਤਾਰਾਂ ਸੰਭਾਲਦੇ ਆ, ਕਿਸੇ ਦੇ ਮੁਖ ਤੋਂ ਰੇਤਾ ਲਾਉਂਦੇ ਆ ਔਰ ਸਿੰਘਾਂ ਨੂੰ 10 ਹਜ਼ਾਰੀ 20 ਹਜ਼ਾਰੀ 30 ਹਜ਼ਾਰੀ ਦੇ ਵਰ ਦੇ ਰਹੇ ਹਨ। ਇਤਨੇ ਭਾਈ ਮਹਾਂ ਸਿੰਘ ਜੀ ਉਹਨਾਂ ਨੂੰ ਸਹਿਕਦੇ ਹੋਏ ਮਿਲੇ ਅਤੇ ਉਹਨਾਂ ਦੇ ਸਿਰਹਾਣੇ ਵੱਲ ਬੈਠ ਕੇ ਉਹਨਾਂ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੈ ਔਰ ਮੁੱਖ ਤੋਂ ਰੇਤਾ ਪੂੰਝ ਕੇ ਉਹਨਾਂ ਦੇ ਦਸਤਾਰ ਲਪੇਟ ਕੇ ਉਹਨਾਂ ਨੂੰ ਕਹਿੰਦੇ ਹਨ ਅੱਖਾਂ ਖੋਲ੍ਹੋ। ਅੱਖਾਂ ਖੋਲ੍ਹਣ ਤੋਂ ਬਾਅਦ ਭਾਈ ਮਹਾਂ ਸਿੰਘ ਜੀ ਨੂੰ ਕਹਿੰਦੇ ਆ ਕੁਛ ਮੰਗੋ, ਪਰ ਮਹਾਂ ਸਿੰਘ ਜੀ ਕੁਛ ਨਹੀਂ ਮੰਗਦੇ। ਸਤਿਗੁਰਾਂ ਦੇ ਬਾਰ-ਬਾਰ ਕਹਿਣ 'ਤੇ ਭਾਈ ਮਹਾਂ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੇ ਤਰੁੱਠੇ ਹੋ ਤਾਂ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਨੇ ਅਸੀਂ ਜਿਹੜਾ ਹੈ ਬੇਦਾਵਾ ਲਿਖ ਦਿੱਤਾ ਉਹ ਕਾਗਜ਼ ਕਿੱਥੇ ਆ? ਪਾਤਸ਼ਾਹ ਕਹਿੰਦੇ ਮੇਰੇ ਕੋਲ ਹੈ। ਫਿਰ ਕਿਰਪਾ ਕਰਕੇ ਜੇ ਤਰੁੱਠੇ ਹੋ ਤਾਂ ਬੇਦਾਵੇ ਵਾਲਾ ਕਾਗਜ਼ ਪਾੜ ਕੇ ਸਾਡੀ ਟੁੱਟੀ ਗੰਢ ਲਓ, ਚਰਨੀ ਲਾ ਲਓ, ਕਿਉਂਕਿ ਮੇਰੇ ਸਾਥੀ ਸ਼ਹੀਦਾਂ ਨੂੰ ਸੱਚਖੰਡ ਵਿੱਚੋਂ ਆਵਾਜ਼ਾਂ ਆ ਰਹੀਆਂ ਤੁਸੀਂ ਗੁਰੂ ਤੋਂ ਬੇਮੁਖ ਹੋ, ਤੁਸੀਂ ਗੁਰੂ ਨੂੰ ਬੇਦਾਵੇ ਕਰਕੇ ਆਏ ਹੋ, ਤੁਹਾਨੂੰ ਪ੍ਰਵੇਸ਼ ਨਹੀਂ। ਪਹਿਲਾਂ ਤਾਂ ਪਾਤਸ਼ਾਹ ਜੀ ਨੇ 2-3 ਵਾਰੀ ਕਿਹਾ ਤੂੰ ਆਪਣੇ ਵਾਸਤੇ ਮੰਗ ਕੋ ਛੱਡ ਖੇੜਾ ਉਸ ਟੁੱਟੀ ਹੁੱਟੀ ਦਾ, ਪਰ ਭਾਈ ਮਹਾਂ ਸਿੰਘ ਜੀ ਕਹਿੰਦੇ ਨਹੀਂ ਮਹਾਰਾਜ ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਜੇ ਕਾਗਜ਼ ਸਾਬਤਾ ਦੁਨੀਆ ਵਿੱਚ ਰਹਿ ਗਿਆ ਤਾਂ ਰਹਿੰਦੀ ਦੁਨੀਆ ਤੱਕ ਜਿਹੜਾ ਸਾਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ, ਇਸ ਨੂੰ ਖਤਮ ਕਰੋ ਮਹਾਰਾਜ। ਉਸੇ ਵੇਲੇ ਸਤਿਗੁਰੂ
ਆਪਣੇ ਖੀਸੇ ਵਿੱਚੋਂ ਵਿਦਾਵੀ ਵਾਲਾ ਕਾਗਜ਼ ਕੱਢ ਕੇ ਭਾਈ ਸਾਹਿਬ ਨੂੰ ਵਿਖਾਉਂਦੇ ਆ ਤੇ ਫਿਰ ਉਸ ਨੂੰ ਪਾੜ ਕੇ ਫਿਰ ਕੀ ਕਹਿੰਦੇ ਆ ਤੇ ਭਾਈ ਮਹਾਂ ਸਿੰਘ ਜੀ ਕਿਸ ਤਰ੍ਹਾਂ ਸਤਿਗੁਰਾਂ ਦੀ ਗੋਦ ਵਿੱਚ ਆਪਣੇ ਪ੍ਰਾਣ ਤਿਆਗਦਾ, ਇਹ ਵਿਚਾਰਾ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜੀ ਕਾਗਦ ਲਿਵ ਨਿਕਾਰਾ ਅਮਰੋ ਲਿਖਿਓ ਜੀਵ ਜੋ ਡਾਰਾ। ਭਾਈ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਬਸ ਕੁਛ ਨਹੀਂ ਚਾਹੀਦਾ, ਇੱਕੋ ਵਿਦਾਵੇ ਵਾਲਾ ਕਾਗਜ਼ ਕਿੱਥੇ ਹੈ ਜੋ ਅਸੀਂ ਲਿਖ ਕਰਕੇ ਦਿੱਤਾ ਸੀ। ਤੂੰ ਗੁਰੂ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਕਿਰਪਾ ਕਰਕੇ ਉਹਨੂੰ ਆਪਣੇ ਖੀਸੇ ਵਿੱਚੋਂ ਕੱਢੋ ਜੀ। ਮਹੰਮਦ ਖਾਇ ਸੋ ਦੀਜੇ ਪਾਰ ਸਫਲ ਹੋਏ ਮੇਰੋ ਉਪਕਾਰ। ਤੇ ਕਿਰਪਾ ਕਰਕੇ ਉਸ ਬੇਦਾਵੇ ਵਾਲੇ ਕਾਗਜ਼ ਨੂੰ ਮੈਨੂੰ ਦਿਖਾਉਣਾ ਕਰੋ ਤੇ ਉਸ ਨੂੰ ਪਾੜਨਾ ਕਰੋ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਤੁਹਾਡੇ ਲੇਖੇ ਲੱਗੇ ਆ ਜੰਗ ਦੇ ਮੈਦਾਨ ਵਿੱਚ, ਇਹਦਾ ਫਲ ਸਾਨੂੰ ਮਿਲੇ, ਸਾਡਾ ਜੀਵਨ ਸਫਲਾ ਹੋਵੇ ਜੀ। ਸੁਣ ਸਤਿਗੁਰ ਤਤਕਾਲ ਨਿਕਾਸਾ ਮਹਾ ਸਿੰਘ ਸੋ ਵਾਕ ਪ੍ਰਕਾਸ਼ਾ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਕਿ ਮਹਾਂ ਸਿੰਘ ਹੋਰ ਆਪਣੇ ਵਾਸਤੇ ਕੁਝ ਵੀ ਨਹੀਂ ਮੰਗਦਾ, ਆਪਣੇ ਦੇਸ਼ ਦੇ ਭਲੇ ਵਾਸਤੇ ਬੇਦਾਵਾ ਪੜਵਾਉਣਾ ਚਾਹੁੰਦਾ ਹੈ। ਸਤਿਗੁਰੂ ਖੁਸ਼ੀ ਦੇ ਘਰ ਵਿੱਚ ਆਏ ਤੇ ਹੱਥ ਵਿੱਚੋਂ ਉਹ ਬੇਦਾਵਾ ਉਹ ਕਾਗਜ਼ ਬਾਹਰ ਕੱਢਿਆ। ਕਹਿੰਦੇ ਇਹੋ ਬਲੋਕ ਪਾੜੇ ਨਿਕਰਾਏ ਇਮ ਕਹਿ ਚੀਰਿਓ ਬੀਜ ਬਣਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵੇ ਵਾਲਾ ਕਾਗਜ਼ ਪਹਿਲਾਂ ਖੋਲ੍ਹਿਆ, ਮਹਾਂ ਸਿੰਘ ਨੂੰ ਵਿਖਾਇਆ, ਉਹਨੇ ਚੰਗੀ ਤਰ੍ਹਾਂ ਪੜ੍ਹਿਆ, ਜਿਸ ਦੇ ਉੱਪਰ ਉਹਨਾਂ ਦੇ ਸਾਥੀਆਂ ਦੇ ਸੈਨ ਸਨ। ਉੱਪਰ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤਾਂ ਕਹਿਣ ਲੱਗੇ ਜੀ ਹਾਂ ਇਹੀ ਕਾਗਜ਼ ਹੈ, ਕਿਰਪਾ ਕਰਕੇ ਇਹਨੂੰ ਪਾੜ ਦਿਓ। ਤੇ ਸਤਿਗੁਰਾਂ ਨੇ ਉਸ ਦੇ ਟੋਟੇ ਟੋਟੇ ਕਰ ਦਿੱਤੇ ਜੀ। ਕੀਰਤ ਹਰ ਕਮਾਨ ਉਰ ਹੋਵਾ ਕਾਗਦ ਫਟਿਓ ਦਰਸ ਗੁਰ ਜੋਗਾ। ਔਰ ਭਾਈ ਮਹਾਂ ਸਿੰਘ ਨੂੰ ਸ਼ਾਂਤੀ ਆ ਗਈ ਹੈ, ਕਿਉਂਕਿ ਮਨ ਵਿੱਚ ਬੜੀ ਚਿੰਤਾ ਸੀ ਕਿ ਜੇ ਇਹ ਬੇਦਾਵਾ ਅੱਜ ਨਾ ਪੜਵਾਇਆ ਤੇ ਫਿਰ ਕੌਣ ਪਾੜੇਗਾ, ਕਿਉਂਕਿ ਸਤਿਗੁਰਾਂ ਦੇ ਬਚਨਾਂ ਨੂੰ ਸਤਿਗੁਰੂ ਹੀ ਕੈਂਸਲ ਕਰ ਸਕਦੇ ਆ। ਅੱਗੇ ਬਾਬੇ ਨਾਨਕ ਦਾ ਬਚਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਨੂੰ ਕਟਿਆ, ਉਹਨਾਂ ਦੇ ਤੀਜੇ ਜਾਮੇ ਗੁਰੂ ਅਮਰਦਾਸ ਜੀ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਕਹਿ ਕੇ। ਖੈਰ ਇਸੇ ਤਰ੍ਹਾਂ ਮਹਾਂ ਸਿੰਘ ਦੇ ਮਨ ਦੇ ਵਿੱਚੋਂ ਬਹੁਤ ਵੱਡਾ ਪੱਥਰ ਵਰਗਾ ਬੋਝ ਲੈ ਗਿਆ ਹੈ ਜਦੋਂ ਪਾਤਸ਼ਾਹ ਨੇ ਉਹ ਕਾਗਜ਼ ਪਾੜ ਕੇ ਕਿਹਾ ਟੁੱਟੀ ਗੰਢੇ ਜੇ ਆਇਸ ਦੇਹੋ ਪਰਲੋਕ ਸਿਧਾਵੋ ਦਰਸ਼ਨ ਕਰਤ ਅਧਿਕ ਫਲ ਪਾਵੋ। ਪਾਤਸ਼ਾਹ ਕਹਿੰਦੇ ਹੁਣ ਹੋਰ ਮੰਗ ਲਾ ਜੋ ਕੁਝ ਮੰਗਣਾ ਹੈ। ਕਹਿੰਦਾ ਜੀ ਹੁਣ ਕੁਛ ਨਹੀਂ ਮੰਗਣਾ, ਮੈਨੂੰ ਆਗਿਆ ਬਖਸ਼ੋ, ਮੈਂ ਇਹ ਸਰੀਰ ਨੂੰ ਤਿਆਗ ਕਰਕੇ ਤੁਹਾਡੇ ਲੋਕ ਜਾਵਾਂ ਜੀ। ਚਾਹੋ ਮਹਾ ਸਿੰਘ ਜੈ ਮਮਲੋਕ ਬਸੋ ਸਦਾ ਕਬ ਨਹਤੇ ਸ਼ੋਕ। ਔਰ ਫਿਰ ਪਾਤਸ਼ਾਹ ਕਹਿੰਦੇ ਠੀਕ ਹੈ ਮਹਾ ਸਿੰਘ ਜਾ, ਫਿਰ ਤੂੰ ਮੇਰੇ ਲੋਕ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜਾ ਕੇ ਵਸੋ, ਔਰ ਜਿੱਥੇ ਕਦੇ ਵੀ ਸ਼ੋਕ ਗਮ ਨਹੀਂ ਜੀ। ਕਰ ਪ੍ਰਾਣ ਕੀਨ ਉਪਕਾਰ ਤਿਸ ਕੋ ਫਲ ਤੋਹਿ ਭਿਓ ਅਪਾਰ। ਇਹ ਜਿਹੜਾ ਤੂੰ ਵੱਡਾ ਕਾਰਜ ਕੀਤਾ ਹੈ, ਜੇ ਤੂੰ ਆਪਣੇ ਲਈ ਕੁਝ ਮੰਗ ਲੈਂਦਾ ਜੀ ਮੈਨੂੰ ਜੀਵਨ ਦਾਨ ਬਖਸ਼ ਦਿਓ, ਮੈਨੂੰ ਰਾਜ ਬਖਸ਼ ਦਿਓ, ਤਾਂ ਉਹ ਬਹੁਤ ਛੋਟਾ ਗੱਲ ਸੀਗੀ। ਇਹ ਬਹੁਤ ਵੱਡੀ ਗੱਲ ਕੀਤੀ ਹੈ ਤੂੰ, ਜੋ ਆਪਣੇ ਦੇਸ਼ ਦੇ ਉੱਤੇ ਪਰਉਪਕਾਰ ਕਰਕੇ ਇਹ ਬੇਦਾਵੇ ਵਾਲਾ ਕਾਗਜ਼ ਪੜਵਾ ਕੇ ਮਾਝੇ ਨੂੰ ਦੁਬਾਰਾ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਹੈ ਜੀ। ਸਤਿਗੁਰ ਬਚਨ ਹੋਤ ਪਾਜਬੈ ਮਹਾ ਸਿੰਘ ਤਨ ਤਿਆਗੋ ਤਬੈ। ਇਦਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਸੁਣਦਿਆਂ ਹੀ ਮਹਾਂ ਸਿੰਘ ਦੀ ਆਤਮਾ ਪ੍ਰਾਣ ਪਖੇਰੂ ਸਰੀਰ ਨੂੰ ਛੱਡ ਗਏ। ਪ੍ਰਭ ਪਿਕੇ ਤੁਤ ਜਾੜ ਉਜਾੜ ਬੋਲੇ ਸ੍ਰੀ ਮੁਖ ਸੁਨੋ ਬਿਰਾੜ। ਇਹੋ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਭਾਈ ਮਹਾਂ ਸਿੰਘ ਨੇ ਆਪਣਾ ਸਰੀਰ ਤਿਆਗਿਆ, ਉਸਦਾ ਸਿਰ ਆਪਣੀ ਗੋਦ ਵਿੱਚੋਂ ਕੱਢਿਆ, ਥੱਲੇ ਰੱਖਿਆ। ਫਿਰ ਪਾਤਸ਼ਾਹ ਜੀ ਨੇ ਜੰਗਲ ਦੇ ਵਿੱਚ ਇੱਧਰ ਉੱਧਰ ਵੇਖਣਾ ਕੀਤਾ, ਔਰ ਜਿਹੜੀ ਸਤਿਗੁਰਾਂ ਦੇ ਨਾਲ ਬਰਾੜਾਂ ਦੀ ਫੌਜ ਸੀ ਉਸ ਨੂੰ ਪਾਤਸ਼ਾਹ ਕਹਿੰਦੇ ਵੀ ਇੱਦਾਂ ਕਰੋ ਹੁਣ ਚਾਰੀ ਸਿੰਘ ਲੋ ਤੁਠਾਵੋ ਈਦਨ ਗਨ ਬਟੋਰ ਕਰ ਲਿਆਵੋ। ਲੱਕੜਾਂ ਇਕੱਠੀਆਂ ਕਰੋ ਤੇ ਜਿਹੜੇ 40 ਸਿੰਘ ਇੱਥੇ ਸ਼ਹੀਦ ਹੋਏ ਹਨ ਇਹਨਾਂ ਦੇ ਸਰੀਰਾਂ ਨੂੰ ਇਕੱਤਰ ਕਰੋ ਜੀ। ਇਕ ਥਲ ਦੀਰਘ ਚਿਤਾ ਬਣਾਵੋ ਸੰਸਕਾਰੋ ਸਭ ਬਿਲਮ ਨ ਲਾਵੋ। ਟਾਈਮ ਨਾ ਲਾਓ, ਹੁਣ ਜਲਦੀ ਹੀ ਇਹਨਾਂ 40 ਸਰੀਰਾਂ ਦਾ ਪਿਆਰ ਸਤਿਕਾਰ ਸਹਿਤ ਆਪਾਂ ਸੰਸਕਾਰ ਕਰ ਦਈਏ ਜੀ। ਜੇ ਸੰਗੀ ਸੁਨ ਕੇ ਤਤਕਾਲਾ ਸੂਕੇ ਕਾਸ਼ਟ ਸੰਚ ਵਿਸਾਲਾ। ਉਸੇ ਵੇਲੇ ਸਤਿਗੁਰਾਂ ਦੀ ਫੌਜ ਬਰਾੜਾਂ ਦੀ ਫੌਜ ਨੇ
ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ ਇਕੱਤਰ ਕਰਨੀਆਂ ਕੀਤੀਆਂ ਹਨ। ਬੀਨ ਬੀਨ ਸਿੰਘਨ ਕੋ ਆਨਾ ਪਰਿਉ ਸਮੋ ਮਰਿਓ ਤੁਰਕਾਨਾ। ਔਰ ਇਸ ਤਰ੍ਹਾਂ ਤੁਰਕਾਨਾ ਮੁਸਲਮਾਨ ਬਹੁਤ ਮਰੇ ਪਏ ਹਨ, ਪਰ ਸਿੰਘਾਂ ਨੇ ਆਪਣੇ ਸਾਥੀਆਂ ਨੂੰ ਚੁਣ ਚੁਣ ਕੇ ਵਿੱਚੋਂ ਚੱਕਿਆ ਔਰ ਉਹਨਾਂ ਨੂੰ ਇਕੱਤਰ ਕੀਤਾ ਹੈ ਜੀ। ਡਰੇ ਮਰੇ ਮਿਲ ਤਿਨ ਮੋ ਪਰ ਹੈ ਜੈ ਸੰਗਰਾਮ ਖੀਤ ਵੱਡ ਕਰੇ। ਉਹ ਬਹੁਤ ਲੰਮਾ ਜੰਗਲ ਹੈ ਜਿਸ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਫੌਜੀ ਪਠਾਨ ਤੁਰਕ ਆਦਿ ਲੜ ਲੜ ਕੇ ਮਰੇ ਪਏ ਹਨ, ਪਰ ਉਹਨਾਂ ਵਿੱਚੋਂ ਸਿੰਘਾਂ ਦੇ ਸਰੀਰ ਸਿੰਘਾਂ ਨੇ ਇਕੱਤਰ ਕੀਤੇ। ਸੰਗਨ ਤੁਤਕਾਲ ਉਠਾਏ ਬੜੀ ਚਿਤਾ ਕੇ ਬੀਚ ਟਿਕਾਏ। ਔਰ ਇੱਕ ਵੱਡੀ ਸਾਰੀ ਸਾਂਝੀ ਚਿਖਾ ਬਣਾਈ ਆ, ਲੱਕੜਾਂ ਵਿਛਾ ਕਰਕੇ ਚਿਣ ਕਰਕੇ ਉੱਤੇ 40 ਸਿੰਘਾਂ ਦੇ ਸਰੀਰ ਰੱਖ ਦਿੱਤੇ ਜੀ। ਪਰ ਸਮਦਾ ਧਰ ਸਮਦਾਈ ਕਰ ਅਗਨੀ ਪ੍ਰਜਲਤ ਲਗਾਈ। ਫਿਰ ਉਹਨਾਂ ਦੇ ਉੱਪਰ ਵੀ ਲੱਕੜਾਂ ਰੱਖੀਆਂ ਚੰਗੀ ਤਰ੍ਹਾਂ ਤਾਂ ਕਿ ਇਹਨਾਂ ਦੇ ਸਰੀਰਾਂ ਦੀ ਕੋਈ ਬੇਅਦਬੀ ਨਾ ਕਰ ਸਕੇ, ਨਾ ਹੋਵੇ। ਉੱਪਰ ਵੀ ਲੱਕੜਾਂ ਚਿਣੀਆਂ ਅਤੇ ਆਪ ਖਰੇ ਸਤਿਗੁਰ ਤੈ ਪਈ ਭਸਮ ਦੇ ਸਗਰੇ ਕਰ ਦਏ। ਔਰ ਫਿਰ ਸਤਿਗੁਰਾਂ ਨੇ ਕਹਿੰਦੇ ਇਸ ਨੂੰ ਅਗਨ ਦਿੱਤੀ ਹੈ। ਆਪ ਸਤਿਗੁਰਾਂ ਨੇ ਸਿੰਘਾਂ ਦੇ ਸਰੀਰ ਸੰਭਾਲੇ, ਉਹਨਾਂ ਨੂੰ ਅਗਨ ਦਿੱਤੀ ਤੇ ਕੋਲ ਖੜ ਕੇ ਦੇਖਿਆ ਜਿੰਨਾ ਚਿਰ ਇਹ ਸਰੀਰ ਚੰਗੀ ਤਰ੍ਹਾਂ ਭਸਮ ਨਹੀਂ ਹੋ ਗਏ, ਸਵਾ ਨਹੀਂ ਹੋ ਗਏ ਜੀ। ਮਹਿਮਾ ਅਦਿਕ ਸਰੋਵਰ ਕੇਰੀ ਸ਼੍ਰੀ ਮੁਕਤੇ ਬਰਮੀ ਪਉ ਤੇਰੀ। ਫਿਰ ਇੱਥੇ ਖੜ ਕੇ ਪਾਤਸ਼ਾਹ ਗੁਸ਼ੀ ਦੇ ਘਰ ਵਿੱਚ ਆਏ ਹਨ। ਇਸ ਖਿਦਰਾਣੇ ਦੀ ਢਾਬ ਨੂੰ ਵਰ ਦਿੰਦੇ ਹਨ ਬਹੁਤ ਜ਼ਿਆਦਾ। ਜੈ ਰਖ ਏਕ ਸਾਧ ਤਪ ਮਰੈ ਪੁਨ ਸਥਾਨ ਤਾਹੇ ਜਗ ਰਰੈ। ਕਹਿੰਦੇ ਜਗ ਰਰੈ ਦੁਨੀਆ ਕਹਿੰਦੀ ਹੈ ਜਿੱਥੇ ਕੋਈ ਇੱਕ ਪੁੰਨ ਆਤਮਾ ਰਿਸ਼ੀ ਮੁਨੀ ਸਰੀਰ ਤਿਆਗ ਜਾਵੇ ਤਾਂ ਉੱਥੇ ਦੁਨੀਆ ਦੇ ਭਲੇ ਹੁੰਦੇ ਨੇ। ਆਪਾਂ ਦੇਖਦੇ ਹਾਂ ਨਾ ਕਈ ਥਾਵਾਂ ਦੇ ਉੱਤੇ, ਜਿਵੇਂ ਬਠਿੰਡੇ ਦੇ ਇਲਾਕੇ ਪਥਰਾਲੇ ਦੇ ਵਿੱਚ ਮਹਾਂਪੁਰਸ਼ ਬਾਬਾ ਜਿਉਣ ਸਿੰਘ ਜੀ ਹੋਏ ਕੋਕਰੀ ਕਲਾਂ ਦੇ, ਨਿਹੰਗ ਸਿੰਘ ਬਾਣੇ ਵਿੱਚ ਰਹਿੰਦੇ ਸਨ। ਉਹਨਾਂ ਨੇ ਉੱਥੇ ਬੜੀ ਤਪੱਸਿਆ ਕੀਤੀ, ਬੜੀ ਘਾਲਨਾ ਕੀਤੀ, ਸਿੱਖ ਸੰਗਤਾਂ ਦਾ ਉਧਾਰ ਵੀ ਕੀਤਾ, ਉੱਥੇ ਬਾਣੀ ਵੀ ਚਲਾਈ ਔਰ ਆਪਣੇ ਹੱਥੀਂ ਜਲ ਪਾਣੀ ਆਪ ਤਿਆਗ ਕਰਕੇ ਛਕਦੇ ਸਨ। ਉੱਥੇ ਹੀ ਉਹਨਾਂ ਨੇ ਆਖਰੀ ਸਮਾਂ ਬਤੀਤ ਕੀਤਾ ਤੇ ਉੱਥੇ ਹੀ ਸਰੀਰ ਤਿਆਗਿਆ। ਤੇ ਸਰੀਰ ਤਿਆਗਣ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਜੀ ਕਹਿਣ ਲੱਗੇ ਪਿੰਡ ਵਾਸੀਆਂ, ਨਗਰ ਵਾਸੀਆਂ ਨੂੰ ਕਿ ਸਾਡੇ ਕਿਧਰੇ ਫੁੱਲ ਪਾਉਣ ਦੀ ਲੋੜ ਨਹੀਂ ਹੈ। ਇਹ ਜਗ੍ਹਾ ਦੇ ਉੱਤੇ, ਇਹ ਰਸਤੇ ਦੇ ਉੱਤੇ ਜੋ ਰਸਤਾ ਪਿਆ, ਇੱਥੇ ਸਾਡੀ ਚਿਖਾ ਬਣਾਓ ਔਰ ਸਰੀਰ ਨੂੰ ਅਗਨ ਭੇਟ ਕਰਕੇ ਤੇ ਇਸ ਨੂੰ ਇੱਥੇ ਹੀ ਨੱਪ ਦਿਓ। ਸੰਗਤਾਂ ਦੇ ਕੰਮ ਇੱਥੇ ਹੁੰਦੇ ਰਹਿਣਗੇ। ਤਾਂ ਐਸੀਆਂ ਕਿਤਨੀਆਂ ਹੀ ਜਗ੍ਹਾਵਾਂ ਪਈਆਂ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਸਤਿਗੁਰਾਂ ਦੇ ਪਿਆਰੇ ਨਾਮ ਜਪਣ ਵਾਲੇ ਵਸਦੇ ਆ, ਉਹ ਜਗ੍ਹਾ ਜਿਹੜੀ ਹੈ ਉੱਥੇ ਸ਼ਹੀਦਾਂ ਦਾ ਵਾਸਾ ਹੋ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੇ ਕਾਰਜ ਹੁੰਦੇ ਰਹਿੰਦੇ ਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿੱਥੇ ਇੱਕ ਸਿੱਖ, ਕੋਈ ਇੱਕ ਰਿਸ਼ੀ ਮੁਨੀ ਭਜਨ ਬੰਦਗੀ ਤਪੱਸਿਆ ਕਰਕੇ ਸਰੀਰ ਤਿਆਗ ਦੇਵੇ, ਦੁਨੀਆ ਕਹਿੰਦੀ ਉਹ ਜਗ੍ਹਾ ਨੂੰ ਨਮਸਕਾਰਾਂ ਕਰਦੀ ਹੈ। ਥਲ ਸਿੰਘ ਸਿਦਕ ਬਹੁ ਬੜੀ ਲੜ ਤੁਰਕਨ ਮਨ ਤਨ ਸਭ ਛੜੇ। ਔਰ ਇਸ ਖਿਦਰਾਣੇ ਦੀ ਢਾਬ ਦੇ ਉੱਤੇ ਤਾਂ ਮੇਰੇ 40 ਸਿੰਘ ਬੜੇ ਸਿਦਕ ਦੇ ਨਾਲ ਜਿਹੜਾ ਹੈ ਤੁਰਕਾਂ ਨਾਲ ਲੜ ਕਰਕੇ ਮਨ ਤਨ ਕਰਕੇ ਸ਼ਹੀਦੀਆਂ ਪਾਈਆਂ ਹਨ। ਮਕਰ ਸਾਕਰ ਖਾਨ ਅਰ ਕੀ ਹੋਏ ਆਨ ਸ਼ਨਾਨ ਹੈ ਜੇ ਨਰ ਕੋਏ। ਤਾਂ ਮਾਘੀ ਦੀ ਸੰਗਰਾਂਦ ਨੂੰ ਇਸ ਅਸਥਾਨ ਤੇ ਕਹਿੰਦੇ ਮੇਲਾ ਲੱਗਿਆ ਕਰੇਗਾ। ਜਿਹੜਾ ਵੀ ਮਾਘੀ ਦੀ ਸੰਗਰਾਂਦ ਤੇ ਇੱਥੇ ਆ ਕੇ ਇਸ ਸਰੋਵਰ ਦੇ ਵਿੱਚ, ਹੁਣ ਉਸ ਨੂੰ ਢਾਬ ਨਹੀਂ ਕਹਿੰਦੇ ਆਪਾਂ, ਇਦੋਂ ਪਹਿਲਾਂ ਢਾਬ ਕਹਿ ਰਹੇ ਸੀ, ਹੁਣ ਪਾਤਸ਼ਾਹ ਨੇ ਉਸ ਦਾ ਨਾਮ ਸਰੋਵਰ ਰੱਖ ਦਿੱਤਾ ਹੈ। ਤੇ ਗੁਰੂ ਪਿਆਰਿਓ ਖਿਦਰਾਣੇ ਦੀ ਢਾਬ ਦਾ ਨਾਮ ਮੁਕਤ ਸਰ ਰੱਖ ਦਿੱਤਾ। ਸਰ ਹੁੰਦਾ ਸਰੋਵਰ, 40 ਮੁਕਤਿਆਂ ਦੀ ਜਗ੍ਹਾ ਮੁਕਤ ਸਰ, ਜਿੱਥੇ 40 ਸਿੰਘਾਂ ਨੇ ਚੜ੍ਹਦੀ ਕਲਾ ਦੇ ਨਾਲ ਦੁਸ਼ਮਣ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦੀਆਂ ਪਾਈਆਂ ਤੇ ਦੁਸ਼ਮਣ ਨੂੰ ਖਤਮ ਕੀਤਾ। ਹੁਣ ਇਹ ਇੱਕ ਮਹਾਨ ਸਰੋਵਰ ਬਣ ਗਿਆ ਹੈ ਜਿੱਥੇ ਹਰ ਮਾਘੀ ਦੀ ਸੰਗਰਾਂਦ ਤੇ ਮੇਲੇ ਲੱਗਣਗੇ ਤੇ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਮਨੋ ਕਾਮਨਾ ਪ੍ਰਾਪਤ ਸੋਹੁ ਪਾਪ ਕਰੀ ਗਨ ਬੈ ਸਭ ਖੋ। ਇਸ ਸਥਾਨ ਤੇ ਉਹਨਾਂ ਦੀ ਮੁਕਤੀ ਹੋਵੇਗੀ, ਪਿਛਲੇ ਜੀਵਨ ਦੇ ਕੀਤੇ ਹੋਏ ਪਾਪਾਂ ਦਾ ਖਾਤਮਾ ਹੋਵੇਗਾ, ਅੱਗੋਂ ਤੋਂ ਪਰਮੇਸ਼ਰ ਦੇ ਰਚਨ ਨਹੀਂ ਲੱਗੇਗਾ। ਪ੍ਰੀਤਮ ਦਾ ਬਚਨ ਹੈ ਨਾ, ਪਿਛਲੇ ਯੋਗਨ ਬਖਸ਼ ਲਏ ਪ੍ਰਭ ਆਗਿਆ ਮਾਰਗ ਪਾਵੇ। ਜਿਵੇਂ ਮਹਾਂ ਸਿੰਘ ਦੇ ਪਿਛਲੇ ਯੋਗਨ ਬਖਸ਼ ਕੇ
ਵਿਦਾਵਾ ਪਾੜ ਕੇ ਉਸ ਨੂੰ ਅੱਗੇ ਰਸਤੇ ਪਾਇਆ, ਮਾਝੇ ਦੇ ਲੋਕਾਂ ਨੂੰ ਦੁਬਾਰਾ ਚਰਨੀ ਲਾ ਲਿਆ। ਇਸੇ ਤਰ੍ਹਾਂ ਹੀ ਜਿਹੜਾ ਵੀ ਇੱਥੇ ਆ ਕੇ ਪਾਤਸ਼ਾਹ ਕਹਿੰਦੇ ਇਸ਼ਨਾਨ ਕਰੇਗਾ, ਉਸ ਨੂੰ ਮਨੋ ਕਾਮਨਾ ਮੂੰਹੋਂ ਮੰਗੀਆਂ ਮੁਰਾਦਾਂ ਉਹਦੀਆਂ ਪੂਰੀਆਂ ਹੋਣਗੀਆਂ। ਇਹ ਵੀ ਸੁਣਿਆ ਹੈ ਕਿ ਜਿਸ ਵੇਲੇ ਪਾਤਸ਼ਾਹ ਇਸ ਬਠਿੰਡੇ ਦੇ ਇਲਾਕੇ ਵਿੱਚ ਆਏ, ਇਸ ਕਿਲ੍ਹੇ ਵਿੱਚ ਆਏ, ਉਸ ਵੇਲੇ ਪਾਤਸ਼ਾਹ ਨੇ ਇੱਥੇ ਵੀ ਉਸ ਮੁਕਤਸਰ ਸਾਹਿਬ ਦੀ ਸਰੋਵਰ ਦਾ ਜ਼ਿਕਰ ਕੀਤਾ ਸੀਗਾ। ਕਹਿੰਦੇ ਜਿਹੜਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਲਗਾਤਾਰ ਇਹਨਾਂ ਦਿਨਾਂ ਵਿੱਚ 40 ਦਿਨ ਗੁਰੂ ਘਰ ਦੇ ਵਿੱਚ ਹਾਜ਼ਰੀ ਭਰੇਗਾ। ਵੈਸੇ ਤਾਂ ਆਪਾਂ ਰੋਜ਼ ਹੀ ਆਉਣਾ ਹੈ, ਪਰ ਕਹਿੰਦੇ ਜਿਹੜਾ ਕੋਈ ਉਹਨਾਂ 40 ਸਿੰਘਾਂ ਦੀ ਯਾਦ ਵਿੱਚ 40 ਦਿਨ ਕਹਿੰਦੇ ਲਗਾਤਾਰ ਉਹਨਾਂ ਨੂੰ ਯਾਦ ਕਰੇਗਾ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਵੇਗਾ, ਉਹਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਇੱਥੇ ਵੀ ਇਹੀ ਕਹਿੰਦੇ ਆ। ਕਹਿੰਦੇ ਮਾਘੀ ਦੀ ਸੰਗਰਾਂਦ 'ਤੇ ਇੱਥੇ ਸੰਗਤ ਇਕੱਤਰ ਹੋਇਆ ਕਰੇਗੀ। ਅਲੱਗ-ਅਲੱਗ ਦਿਹਾੜੇ ਆਪਾਂ ਮਨਾਉਣੇ ਸ਼ੁਰੂ ਕੀਤੇ, ਭਾਵੇਂ ਕਿ ਮਹਾਨ ਤਾਂ ਅਸਥਾਨ ਹੈ, ਪਰ ਇੱਕ ਟੀਚਾ ਮਿਥਿਆ ਜਾਂਦਾ ਕਦੋਂ ਕਿੱਥੇ ਜਾਣਾ। ਜਿਵੇਂ ਹਿੰਦੂ ਮੱਤ ਵਾਲਿਆਂ ਨੇ ਗੰਗਾ ਦੇ ਉੱਤੇ ਮੇਲੇ ਲਾਉਣੇ, ਕਲਾਇਤ ਦਾ ਮੇਲਾ ਲਾਉਣਾ, ਹੋਰ ਤਰ੍ਹਾਂ ਤਰ੍ਹਾਂ ਦੇ ਮੇਲੇ ਲਾਉਣੇ। ਗੁਰਮਤਿ ਦੇ ਵਿੱਚ ਗੁਰੂ ਪਿਆਰਿਓ ਉਹਨਾਂ ਸਥਾਵਾਂ ਦੇ ਉੱਤੇ ਇਕੱਤਰ ਹੋਣ ਦਾ ਹੁਕਮ ਦਿੱਤਾ ਸਾਨੂੰ, ਜਿੱਥੇ ਗੁਰੂ ਪਿਆਰਿਓ ਸਤਿਗੁਰਾਂ ਨੇ ਚਰਨ ਪਾਏ ਔਰ ਮਹਾਨ ਕਾਰਜ ਹੋਏ ਨੇ। ਇਹ ਗੱਲ ਸ਼ੁਰੂਆਤ ਹੋਈ ਤੀਜੇ ਪਾਤਸ਼ਾਹ ਜੀ ਤੋਂ। ਇੱਕ ਦਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਤੀਜੇ ਪਾਤਸ਼ਾਹ ਜੀ ਨੂੰ, ਕਹਿਣ ਲੱਗੇ ਪਾਤਸ਼ਾਹ ਸੰਗਤ ਤਾਂ ਬਹੁਤ ਹੈ ਗੁਰੂ ਨਾਨਕ ਦੇ ਨਾਲ ਜੁੜੀ ਹੋਈ, ਪਰ ਆਪਸ ਵਿੱਚ ਜਾਣ ਪਛਾਣ ਨਹੀਂ ਹੈਗੀ। ਆਉਂਦੇ ਆ ਚਲੇ ਜਾਂਦੇ ਆ, ਕੋਈ ਪਹਿਲਾਂ ਆਉਂਦਾ ਕੋਈ ਮਗਰੋਂ ਆਉਂਦਾ। ਕੋਈ ਐਸਾ ਕਾਰਜ ਹੋ ਜਾਵੇ ਜੀ ਆਪਸ ਵਿੱਚ ਜਾਣ ਪਛਾਣ ਬਣ ਜਾਵੇ ਤੇ ਬਹੁਤ ਵੱਡੀ ਗੱਲ ਹੈ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਭਾਈ ਗੁਰਦਾਸ ਚਿੱਠੀਆਂ ਲਿਖੋ ਸਾਰੀਆਂ ਸੰਗਤਾਂ ਨੂੰ, ਐਤਕੀ ਵਿਸਾਖੀ ਦਾ ਜੋੜ ਮੇਲਾ ਆਪਾਂ ਜਿਹੜਾ ਹੈ ਗੋਇੰਦਵਾਲ ਸਾਹਿਬ ਕਰਾਂਗੇ। ਕਹੋ ਸਤਨਾਮ ਸ੍ਰੀ। ਜਿੱਥੇ ਬੈਠ ਕਰਕੇ ਪਾਤਸ਼ਾਹ ਜੀ ਨੇ ਪ੍ਰਚਾਰ ਕੀਤਾ ਸਿੱਖੀ ਦਾ। ਤੋ ਸਭ ਤੋਂ ਪਹਿਲਾਂ ਵਿਸਾਖੀ ਦਾ ਦਿਹਾੜਾ ਜਿਹੜਾ ਹੈ ਤੀਜੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਮਨਾਉਣਾ ਕੀਤਾ, ਔਰ ਉਸ ਦਿਨ ਤੋਂ ਬਾਅਦ ਹਰ ਵਿਸਾਖੀ ਦੇ ਉੱਤੇ ਸਾਨੂੰ ਇਕੱਤਰ ਹੋਣ ਦਾ ਹੁਕਮ ਹੋਇਆ। ਇਸੇ ਤਰ੍ਹਾਂ ਹੀ ਵਿਸਾਖੀ ਦੇ ਦਿਹਾੜੇ ਦੇ ਉੱਤੇ ਆਪਾਂ ਦਮਦਮਾ ਸਾਹਿਬ ਪੰਜੇ ਤਖਤਾਂ ਦੇ ਉੱਪਰ ਹੀ ਇਕੱਠੇ ਹੁੰਦੇ ਹਾਂ। ਅਨੰਦਪੁਰ ਸਾਹਿਬ ਵੀ ਜਾਂਦੀਆਂ ਸਿੱਖ ਸੰਗਤਾਂ, ਜਿੱਥੇ ਜਿੱਥੇ ਕਿਸੇ ਦਾ ਜੀਅ ਕਰਦਾ ਉੱਥੇ ਉੱਥੇ ਜਾਂਦੀਆਂ ਅਤੇ ਗੁਰੂਆਂ ਨੂੰ ਯਾਦ ਕਰਦੀਆਂ। ਇਸੇ ਬਹਾਨੇ ਕਿਤੇ ਆਪਾਂ ਸੰਗਰਾਂਦ ਦੇ ਬਹਾਨੇ ਇਕੱਠੇ ਹੁੰਦੇ ਹਾਂ, ਕਿਤੇ ਮੱਸਿਆ ਦੇ ਬਹਾਨੇ, ਕਿਤੇ ਦਸਵੀਂ ਦੇ ਬਹਾਨੇ, ਕਿਤੇ ਪੂਰਨਮਾਸ਼ੀ ਦੇ ਬਹਾਨੇ। ਇਹ ਤਾਂ ਇੱਕ ਬਹਾਨੇ ਹੈ, ਖੁਸ਼ੀ ਆਪਾਂ ਗੁਰੂ ਦੀ ਲੈਣੀ ਆ। ਕਹੋ ਸਤਨਾਮ ਸ੍ਰੀ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੁਕਤਸਰ ਸਾਹਿਬ ਦਾ ਜਿਹੜਾ ਹੈ ਸਾਨੂੰ ਆਉਣ ਵਾਲੇ ਸਮੇਂ ਬਾਰੇ ਦੱਸਿਆ। ਕਹਿੰਦੇ ਇੱਥੇ ਮਾਘੀ ਦੀ ਸੰਗਰਾਂਦ 'ਤੇ ਇਕੱਠੇ ਹੋਣਾ ਆਪਾਂ। ਜਿਹੜਾ ਇੱਥੇ ਮਕਰ ਸੰਗਰਾਂਦ ਪਾ ਮਾਘੀ ਦੀ ਸੰਗਰਾਂਦ 'ਤੇ ਆਵੇਗਾ, ਉਹਦੀਆਂ ਮਨੋਕਾਮਨੀਆਂ ਪੂਰੀਆਂ ਹੋਣਗੀਆਂ, ਉਹਦੇ ਪਿਛਲੇ ਜਨਮਾਂ ਦੇ ਪਾਪ ਖਤਮ ਹੋ ਜਾਣਗੇ, ਅੱਗੋਂ ਭਲਾ ਹੋਵੇਗਾ। ਔਰ ਜਿਹੜਾ ਇੱਥੇ ਗੰਜੇ ਸ਼ਹੀਦਾਂ ਨੂੰ ਨਮਸਕਾਰ ਕਰਦਾ ਹੋਇਆ ਇੱਥੇ ਸੇਵਾ ਕਰੇਗਾ ਤਨ ਮਨ ਧਨ ਦੀ, ਉਹਦੇ ਘਰ ਬਹੁਤ ਧਨ ਵਧੇਗਾ। ਭਾਵ ਗੁਰੂ ਦਾ 10ਵਾਂ ਹਿੱਸਾ ਅਗਰ ਅਸੀਂ ਕੱਢਾਂਗੇ ਔਰ ਉਸ ਨੂੰ ਅਸੀਂ ਗੁਰੂ ਦੇ ਕਾਰਜਾਂ ਉੱਤੇ ਲਾਵਾਂਗੇ ਤਾਂ ਉਹ ਸਾਡੇ ਘਰ ਵੱਧ ਕੇ ਆਉਂਦਾ ਹੈ। ਕਹੋ ਸਤਨਾਮ। ਗੁਰੂ ਕਿਰਪਾ ਕਰਦਾ ਹੈ। ਇਸ ਮਕਸਦ ਹੈ ਗੁਰੂ ਸਾਹਿਬ ਦਾ ਇਹ ਬਚਨ ਕਹਿਣ ਦਾ, ਕੇਵਲ ਮੁਕਤਸਰ ਸਾਹਿਬ ਵਾਸਤੇ ਹੀ ਨਹੀਂ, ਹਰ ਥਾਂ ਵਾਸਤੇ ਹੀ। ਜਿੱਥੇ ਵੀ ਅਸੀਂ 10ਵੇਂ ਸਾਉਣ ਨੂੰ ਕੱਢ ਕੇ ਗੁਰੂ ਦੇ ਲੇਖੇ ਲਾਵਾਂਗੇ, ਉੱਥੇ ਸਾਡੇ ਘਰ ਵਿੱਚ ਬਰਕਤ ਜ਼ਰੂਰ ਪੈਣੀ ਆ ਜੇ ਗੁਰੂ ਦਾ ਹਿੱਸਾ ਕੱਢਾਂਗੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਬੰਧੇ ਗੰਜ ਸ਼ਹੀਦਨ ਕੇਰਾ, ਜਿਹੜਾ ਇਹ ਸ਼ਹੀਦਾਂ ਦੇ ਸਥਾਨ 'ਤੇ ਨਮਸਕਾਰ ਕਰੇਗਾ, ਇੱਥੇ ਤਨ ਮਨ ਧਨ ਦੇ ਨਾਲ ਸੇਵਾ ਕਰੇਗਾ, ਉਹਦੇ ਘਰ ਵਿੱਚ ਧਨ ਦਾ ਵੀ ਵਾਧਾ ਹੋਵੇਗਾ, ਭਜਨ ਦਾ ਵੀ ਵਾਧਾ ਹੋਵੇਗਾ। ਆਬਤੇ ਨਾਮ ਮੁਕਤਸਰ ਹੋਏ, ਕਿਦਰਾ ਨਾ ਇਸ ਕਹੇ ਨਾ ਕੋਈ। ਅੱਜ ਤੋਂ ਬਾਅਦ ਇਸ ਢਾਬ ਨੂੰ ਢਾਬ ਨਹੀਂ ਕਹਿਣਾ ਖਿਦਰਾਣੇ ਦੀ, ਇਹ ਮੁਕਤਸਰ ਮੁਕਤਿਆਂ ਦਾ ਸਰੋਵਰ ਬਣ ਗਿਆ। ਕਹੋ ਸਤਨਾਮ। ਅੱਜ ਤੋਂ ਬਾਅਦ ਇਸ ਨੂੰ ਤੁਸੀਂ ਭਾਈ ਮੁਕਤਸਰ ਕਹਿਣਾ, ਖਿਦਰਾਣੇ ਦੀ ਢਾਬ ਨਹੀਂ ਕਹਿਣਾ ਜੀ। ਇਸ ਤਗ ਮੁਕਤ ਪੈ ਸਿੱਖ 40, ਜੇ ਨਿਸ਼ਪਾਪ ਕਾਲ ਬਹੁ ਕਾਲੀ। ਇੱਥੇ ਉਹ 40 ਸਿੰਘ ਸਾਡੇ ਜਿਹੜੇ ਸਾਥੋਂ ਵਿਛੜ ਗਏ ਸਨ, ਜਿਨ੍ਹਾਂ ਤੋਂ ਅਚੇਤ ਜਿਹੜਾ ਹੈ ਇਹ ਕਰਮ ਹੋ ਗਿਆ ਸੀ ਗੁਰੂ ਨੂੰ ਤਿਆਗਣ ਵਾਲਾ, ਤੇ ਉਸ ਕਰਮ ਦੇ ਵਿੱਚੋਂ ਅਸੀਂ ਮੁਕਤ ਕੀਤਾ ਉਹਨਾਂ ਨੂੰ। ਇੱਥੇ ਆ ਕੇ ਜਿੱਥੇ ਉਹਨਾਂ ਨੇ ਸਿਆਹੀ ਦੇ ਨਾਲ ਕਾਗਜ਼ 'ਤੇ ਲਿਖਿਆ ਸੀ,
ਪਰ ਉਹਨੂੰ ਖੂਨ ਦੇ ਨਾਲ ਧੋਣਾ ਪਿਆ। ਕਹੋ ਸਤਿਨਾਮ। ਆਮ ਕਹਾਵਤ ਹੈ ਮਾਲਵੇ ਦੀ ਕਿ ਐਸੀਆਂ ਵੀ ਗੰਢਾਂ ਨਾ ਪਾਓ ਕਿ ਹੱਥਾਂ ਨਾਲ ਦਿੱਤੀਆਂ ਮੁੜ ਕੇ ਦੰਦਾਂ ਨਾਲ ਖੋਲਣੀਆਂ ਪੈਣ। ਕਹੋ ਸਤਿਨਾਮ। ਤੋ ਇਸ ਕਰਕੇ ਗੁਰੂ ਨਾਲ ਗੰਢ ਪੈਂਦੀ ਹੈ ਸਿੱਖ ਦੀ ਨਾਮ ਜਪ ਕੇ। ਤੋ ਇਸ ਕਰਕੇ ਇਹਨਾਂ ਨੇ ਉਹ ਗੰਢ ਪਾਈ ਆ ਗੁਰੂ ਨਾਨਕ ਦੇ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਅੱਜ ਦੁਬਾਰਾ ਮਹਾਂ ਸਿੰਘ ਹੋਰਾਂ ਨੇ ਬਈ ਜਿਹੜੇ ਤੁਹਾਨੂੰ ਅਸੀਂ ਬੇਦਾਵਾ ਲਿਖ ਕੇ ਦੇ ਗਏ ਹਾਂ, ਕਿਰਪਾ ਕਰਕੇ ਉਹਨੂੰ ਪਾੜਨਾ ਕਰੋ। ਪਾਤਸ਼ਾਹ ਨੇ ਪਾੜ ਕੇ ਬਖਸ਼ਾ ਕੀਤੀਆਂ। ਅੱਜ ਤੋਂ ਇਸ ਦਾ ਨਾਮ ਮੁਕਤਸਰ ਹੈ, ਕਿਉਂਕਿ ਇੱਥੇ ਸਾਡੇ ਉਹ 40 ਸਿੱਖ 40 ਸਿੰਘ ਬੰਧਨ 'ਚੋਂ ਮੁਕਤ ਹੋ ਗਏ। ਜਿਹੜਾ ਬੰਧਨ ਉਹਨਾਂ ਨੂੰ ਕੁਦਰਤੀ ਪੈ ਗਿਆ ਸੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬੇਦਾਵਾ ਲਿਖਿਆ ਜਾ ਚੁੱਕਿਆ ਸੀ, ਉਹ ਇੱਥੇ ਖਤਮ ਹੋ ਕੇ ਮੈਂ ਉਹਨਾਂ ਨੂੰ ਮੁਕਤ ਕੀਤਾ, ਜਿਹਨੂੰ ਤੀਜੇ ਪਾਤਸ਼ਾਹ ਇਉਂ ਕਹਿੰਦੇ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਭਰਮੇ ਆਵੇ। ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਭਾਈ ਮਹਾਂ ਸਿੰਘ ਨੂੰ ਵੀ ਦੁਬਾਰਾ ਸ਼ਬਦ ਸੁਣਾਇਆ ਤੇ ਆਪਣੇ ਚਰਨੀ ਲਾਇਆ। ਫਿਰ ਉਸਨੇ ਸਿਫਾਰਿਸ਼ ਕਰਕੇ ਆਪਣੇ ਸਾਰੇ ਮਾਝੇ ਨੂੰ ਬਖਸ਼ਾ ਲਿਆ ਸਤਿਗੁਰਾਂ ਦੇ ਕੋਲੋਂ। ਯਾਤੀ ਨਾਮ ਮੁਕਤਸਰ ਹੋਵਾ, ਜੋ ਮੱਝੇ ਤਿਨ ਹੀ ਅੰਗ ਹੋਵਾ। ਇਸ ਕਰਕੇ ਇਸ ਇਲਾਕੇ ਦਾ ਨਾਮ ਮੁਕਤਸਰ ਸਾਹਿਬ ਹੋਇਆ। ਜਿਹੜਾ ਇਸ਼ਨਾਨ ਕਰੇਗਾ ਉਹਦੇ ਮਾੜੇ ਕਰਮ ਨਸ ਜਾਣਗੇ, ਪਾਪਾਂ ਦਾ ਖਾਤਮਾ ਹੋਵੇਗਾ। ਸ੍ਰੀ ਮੁਖ ਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਹੀ। ਭਾਈ ਸੰਤੋਖ ਸਿੰਘ ਕਵੀ ਕਹਿੰਦੇ ਮੈਂ ਦੇਖ ਕੇ ਆਇਆ ਹਾਂ। ਇਹ ਜਿਹੜੀ ਮਹਿਮਾ ਉਸ ਸਰੋਵਰ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਆ, ਅੱਜ ਵੀ ਉਸੇ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਵਾਕਿਆ ਹੀ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਔਰ ਮਾਘੀ ਦੀ ਸੰਗਰਾਂਦ 'ਤੇ ਮੇਲਾ ਭਰਦਾ ਹੈ। ਇਹ ਦਿਹਾੜਾ ਮਨਾਇਆ ਜਾਂਦਾ ਹੈ। ਇਹ ਵੀ ਦੱਸਦੇ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਉਸ ਪਾਣੀ ਦੇ ਵਿੱਚੋਂ ਖੂਨ ਦੀ ਲਾਲੀ ਦਾ ਭਾਅ ਮਾਰਦਾ। ਕਹੋ ਸਤਿਨਾਮ। ਉਸ ਦਿਨ ਦੇ ਵਿੱਚ ਸਰੋਵਰ ਵਿੱਚੋਂ ਲਾਲੀ ਦਾ ਭਾਅ ਮਾਰਦਾ ਹੈ, ਜਿਵੇਂ ਇੱਥੇ ਸ਼ਹੀਦਾਂ ਦਾ ਖੂਨ ਅੱਜ ਵੀ ਸਾਨੂੰ ਦਿਖਾਈ ਦਿੰਦਾ। ਕਹੋ ਸਤਿਨਾਮ। ਇਸ ਤਰ੍ਹਾਂ ਭਾਈ ਸਾਹਿਬ ਲਿਖਦੇ ਹਨ ਕਿ ਭਾਈ ਮਹਾਂ ਸਿੰਘ ਜੀ ਨੇ ਸੰਸਾਰ ਨੂੰ ਬਖਸ਼ਾ ਲਿਆ ਹੈ। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਦਾਹ ਕਰੇ ਸਿੱਖ ਖਰੇ ਗੁਰ, ਏਕ ਸਿੰਘ ਤਬ ਆਏ। ਤੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਸਿੰਘਾਂ ਦੇ ਨਾਲ ਇਹਨਾਂ ਸਿੰਘਾਂ ਦੇ ਸਰੀਰਾਂ ਨੂੰ ਇਕੱਤਰ ਕਰਕੇ ਸੰਸਕਾਰ ਕਰਵਾ ਰਹੇ ਸੀ, ਉਸ ਵੇਲੇ ਇੱਕ ਸਿੰਘ ਭੱਜਿਆ ਪ੍ਰੀਤਮ ਕੋਲ ਆਇਆ ਹੈ ਜੀ। ਹੱਥ ਜੋਰ ਬੋਲਤ ਪਿਓ ਨਾਰ ਪਰੀ ਕਥਾਏ। ਕਹਿਣ ਲੱਗਿਆ ਮਹਾਰਾਜ ਜੰਗਲ ਵਿੱਚ ਇੱਕ ਇਸਤਰੀ ਵੀ ਪਈ ਆ, ਆਪਣੀ ਸਿੰਘਣੀ ਲੱਗਦੀ ਆ, ਸਿੱਖਾਂ ਦੀ ਬੱਚੀ ਲੱਗਦੀ ਆ, ਕਿਉਂਕਿ ਜੰਗਲ ਕਾਫੀ ਵੱਡਾ ਸੀਗਾ। ਪਤਾ ਨਹੀਂ ਮਾਈ ਭਾਗੋ ਕਿੱਥੇ ਖੜ ਕੇ ਲੜੀ ਹੋਵੇਗੀ। ਉਹ ਵੀ ਕੁਝ ਜ਼ਖਮੀ ਹੋਈ ਆ, ਕਿਸੇ ਸਿੱਖ ਨੇ ਘੁੰਮਦਿਆਂ ਹੋਇਆਂ ਵੇਖੀ। ਕਹਿਣ ਲੱਗਿਆ ਮਹਾਰਾਜ ਇੱਕ ਇਸਤਰੀ ਪਈ ਹੈ ਜੰਗਲ ਵਿੱਚ। ਚੌਪਈ ਲਿਖਿਆ ਤਲਰੀ ਸੰਗ ਤੁਰਕਾ ਨੇ, ਕੀਤਕ ਘਾਉ ਲਗੇ ਤਨ ਜਾਣੇ। ਮੈਨੂੰ ਲੱਗਦਾ ਉਹ ਵੀ ਤੁਰਕਾਂ ਨਾਲ ਲੜੀ ਹੋਵੇਗੀ। ਉਹਦੇ ਸਰੀਰ ਤੇ ਕਾਫੀ ਜ਼ਖਮ ਹਨ। ਰਹੀ ਜੀਵਤੀ ਬਹਿਬਲ ਨਾਹੀ, ਸ਼੍ਰੀ ਗੁਰੂ ਆਪ ਦੇਖੀਏ ਤਾਹੀ। ਪਰ ਉਹ ਬੇਹੋਸ਼ ਨਹੀਂ ਹੋਈ, ਜ਼ਿਆਦਾ ਬਹਿਬਲ ਭਾਵ ਕਮਜ਼ੋਰ ਨਹੀਂ ਹੋਈ, ਵਿਆਕੁਲ ਨਹੀਂ ਹੋਈ, ਉਹ ਜਿਉਂਦੀ ਆ। ਸੁਨ ਗੁਰ ਮੰਦ ਮੰਦ ਮੁਸਕਾਈ, ਗਮਣੇ ਤੈ ਸਿੱਖ ਕਰ ਅਗਵਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਦਿਖਾ ਕਿੱਥੇ ਆ ਬੀਬੀ ਉਹ, ਤੇ ਸਿੰਘ ਦੇ ਮਗਰ ਪਾਤਸ਼ਾਹ ਉੱਥੇ ਪਹੁੰਚੇ ਹਨ। ਚਰਨ ਬੀਚ ਪਰੀ ਪਗ ਫਟੇ, ਕੀਤਕ ਸ਼ਸਤਰ ਲਗੇ ਕਲ ਕੱਟੇ। ਔਰ ਗੁਰੂ ਪਿਆਰਿਓ ਝਾੜਾਂ ਦੇ ਵਿੱਚ ਬੀਬੀ ਪਈ ਹੈ, ਕੱਪੜੇ ਫਟ ਚੁੱਕੇ ਸਨ ਜੰਗ ਕਰਦੇ ਆ, ਕੇਤਕ ਸ਼ਸਤਰ ਲੱਗੇ ਪਲ ਕੱਟੇ। ਭਾਵ ਇਸ ਦਾ ਮਾਸ ਵੀ ਕਿਤੋਂ ਕੱਟਿਆ ਸ਼ਸਤਰਾਂ ਦੇ ਵਜਨ ਕਰਕੇ। ਜਾਏ ਕਰੇ ਸਤਿਗੁਰੂ ਨਿਹਾਰੀ, ਸ਼੍ਰੀ ਮੁਖ ਤੇ ਮੁਸਕਾਏ ਉਚਾਰੀ। ਔਰ ਕਹਿਣ ਲੱਗੇ ਜਾ ਕਰਕੇ ਸਤਿਗੁਰਾਂ ਨੇ ਦੇਖਿਆ ਤੇ ਮੁਸਕਰਾ ਕੇ ਸਤਿਗੁਰੂ ਇਹਨੂੰ ਕੀ ਕਹਿੰਦੇ ਨੇ ਭਲਾ। ਤਾ ਕਾਰਨ ਆਈਏ ਪੀਰੀ, ਸੁਖਣ ਲਾਏ ਲਈ ਬੇਪੀਰੀ। ਤਾਂ ਇੱਥੇ ਪਾਤਸ਼ਾਹ ਬੜਾ ਮਹਾਨ ਬਚਨ ਕਹਿੰਦੇ ਆ। ਉਹ ਬੀਬੀ ਇਹ ਵੀ ਦੱਸਦੇ ਆ ਕਿ ਜਿੱਥੇ ਇਹਨਾਂ ਦੀ ਅਗਵਾਈ ਕਰਦੀ ਹੋਈ ਆਈ ਸੀ, ਉੱਥੇ ਇਹਦੇ ਘਰ ਪੁੱਤਰ ਨਹੀਂ ਸੀਗਾ। ਜਥੇ ਦੇ ਨਾਲ ਆ ਗਈ, ਕਹਿੰਦੇ ਮੈਂ ਵੀ ਨਾਲ ਚੱਲਦੀ ਹਾਂ, ਨਾਲੇ ਸਾਡੇ ਘਰੇ ਬੱਚਾ ਨਹੀਂ ਹੈ ਔਰ ਮੈਂ ਜਿਹੜਾ ਹੈ ਪੁੱਤਰ ਦੀ ਪ੍ਰਾਪਤੀ ਕਰਕੇ ਆਵਾਂਗੀ। ਪਰ ਇੱਥੇ ਤਾਂ ਕਹਿੰਦੇ ਤੂੰ ਤਾਂ ਬੜਾ ਮਹਾਨ ਕੰਮ ਕਰ ਲਿਆ, ਕਿਹੜਾ ਸੰਸਾਰੀ ਕਾਰਜ ਕਰਨਾ ਹੈ।
ਪੁੱਤਰ ਕਾਰਨ ਆਈ ਹੈ ਪੀਰੀ, ਤੂੰ ਪੁੱਤ ਪ੍ਰਾਪਤ ਕਰਨੇ ਪੀਰ ਕੋਲੇ ਆਈ ਸੀ, ਭਾਵ ਗੁਰੂ ਸਾਹਿਬ ਕੋਲੇ ਆਈ ਸੀ, ਤੇ ਤੂੰ ਇਸਤਰੀ ਜਾਮਾ ਤਿਆਗ ਕੇ ਸੁੱਥਣ ਲਾਹੇ ਲਹੀ ਬੇਪੀਰੀ, ਭਾਵ ਤੂੰ ਇਸਤਰੀ ਜਾਮਾ ਤਿਆਗ ਕੇ ਸ਼ਹੀਦਾਂ ਦੇ ਵਿੱਚ ਸ਼ਾਮਲ ਹੋ ਗਈਆਂ, ਮਨੁੱਖਾਂ ਵਿੱਚ ਜਿਉਂਦੀ ਸ਼ਾਮਲ ਹੋ ਗਈਆਂ। ਕਹਿੰਦੇ ਆ ਸਿਆਣੇ ਬੰਦੇ ਪੁਰਾਤਨ ਬਈ ਇਸਤਰੀ ਦੇ ਜਾਮੇ ਤੋਂ ਬਾਅਦ ਫਿਰ ਇੱਕ ਮਨੁੱਖ ਦਾ ਜਾਮਾ ਲੈਣਾ ਪੈਂਦਾ, ਫਿਰ ਜਾ ਕੇ ਮੁਕਤੀ ਹੁੰਦੀ ਆ। ਕਹੋ ਸਤਿਨਾਮ। ਪਰ ਗੁਰੂ ਸਾਹਿਬ ਨੇ ਤਾਂ ਸਾਨੂੰ ਅਮਲ ਦੀ ਦਾਤ ਦੇ ਕੇ ਇਸਤਰੀਆਂ ਨੂੰ ਵੀ ਤੁਰੰਤ ਹੀ ਮੁਕਤ ਕਰ ਦਿੱਤਾ ਹੈ। ਹਿੰਦੂ ਮਤ ਦਾ ਇਹ ਖਿਆਲ ਹੈ ਕਿ ਇਸਤਰੀ ਦੇ ਜਾਮੇ ਤੋਂ ਬਾਅਦ ਜਦੋਂ ਮਨੁੱਖ ਦਾ ਜਾਮਾ ਮਿਲਦਾ ਹੈ ਫਿਰ ਜਾ ਕੇ ਉਹਦੀ ਮੁਕਤੀ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਨੇ ਤਾਂ ਗੁਰੂ ਪਿਆਰੋ ਸਿੰਘਾਂ ਤੇ ਬੀਬੀਆਂ ਨੂੰ ਬਰਾਬਰਤਾ ਹੀ ਬਖਸ਼ ਦਿੱਤੀ ਆ। ਤਾਂ ਇਸ ਕਰਕੇ ਇਸ ਬੀਬੀ ਨੂੰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਤੂੰ ਜਨਾਨਾ ਭੇਸ ਤਿਆਗ ਕੇ ਯੁੱਧ ਕਰਨ ਲਈ ਮਰਦਾਨਾ ਭੇਸ ਧਾਰਨ ਕਰ ਲਿਆ ਹੈ ਜੀ। ਕਰਨਾ ਦ੍ਰਿਸ਼ਟ ਨਿਹਾਰੀ ਤਨ ਕਾਵਨ ਕੀ ਪੀਰ ਵਿਦਾਰੀ। ਇਹਨਾਂ ਕਹਿ ਕੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਰਾਹੀਂ ਉਹ ਬੀਬੀ ਨੂੰ ਜਿਹੜਾ ਹੈ ਮਾਤਾ ਭਾਗ ਕੌਰ ਜੀ ਮਾਈ ਭਾਗੋ ਨੂੰ ਉਹਨਾਂ ਕਲੀਰਾਂ ਮਲਿਆਂ ਵਿੱਚੋਂ ਕੱਢ ਕੇ ਬਾਹਰ ਲਿਆਂਦਾ ਤੇ ਉਹਦੇ ਜ਼ਖਮਾਂ ਦਾ ਜਿਹੜਾ ਹੈ ਦਰਦ ਦੂਰ ਕੀਤਾ ਹੈ। ਤੂੰ ਚਲੀਏ ਸੰਗ ਹਮਾਰੇ ਚਾਹੇ ਮਨੋਰਥ ਪੁਰਵੇ ਸਾਰੇ। ਚੱਲ ਬੇਟਾ ਆ ਜਾ ਬਾਹਰ, ਤੇਰੇ ਸਾਰੇ ਮਨੋਰਥ ਵੀ ਪੂਰੇ ਹੋਣਗੇ, ਆ ਸਾਡੇ ਨਾਲ ਚੱਲ। ਸੁਨ ਕਰ ਉਠੀ ਬੰਦਨਾ ਠਾਨੀ ਅਦ ਕਾ ਨੰਦਤ ਗਿਰਾ ਬਖਾਨੀ। ਔਰ ਸਤਿਗੁਰੂ ਨੇ ਇੰਨੇ ਮਿੱਠੇ ਬਚਨਾਂ ਵਿੱਚ ਉਸ ਬੀਬੀ ਨੂੰ ਜਦ ਇਸ ਤਰ੍ਹਾਂ ਬਖਸ਼ਾਂ ਕੀਤੀਆਂ ਤੇ ਬੀਬੀ ਕਹਿੰਦੇ ਮਾਈ ਭਾਗੋ ਬੜੀ ਖੁਸ਼ ਹੋਈ, ਆਨੰਦ ਆਇਆ ਤੇ ਕਹਿੰਦੀ ਜਬ ਮਾਝੇ ਤੇ ਸਿੱਖ ਗਣ ਚਲੇ ਰਾਵਰ ਕੇ ਦਰਸ਼ਨ ਹਿਤ ਮਿਲੇ। ਕਹਿਣ ਲੱਗੀ ਪਾਤਸ਼ਾਹ ਜਦੋਂ ਸਾਡੇ ਮਾਝੇ ਦਾ ਇਹ ਜਥਾ ਤੁਹਾਨੂੰ ਮਿਲਣ ਲਈ ਚੱਲਿਆ ਸੀ ਤਬ ਮੈਂ ਸੁਤ ਕੀ ਤਰੁ ਰਿਆਸਾ ਪਹੁੰਚੀ ਆਏ ਤੁਮਾਰੇ ਬਾਸਾ। ਤੇ ਮੈਂ ਵੀ ਇਹਨਾਂ ਦੇ ਨਾਲ ਆਈ ਸੀ, ਜਿਵੇਂ ਕਵੀ ਸਾਹਿਬ ਕਹਿੰਦੇ ਆ ਕਿ ਇਹ ਮਿਲਾਉਣ ਵਾਸਤੇ ਆਈ। ਚਲੋ ਉਹ ਵੀ ਠੀਕ ਹੈ, ਪਰ ਕਹਿੰਦੇ ਮੈਂ ਪੁੱਤਰ ਦੀ ਆਸ ਲੈ ਕੇ ਆਈ ਸੀ ਤੁਹਾਡੇ ਕੋਲੋਂ। ਲਰਨ ਕੋ ਕਾਰਨ ਹੀਰਾ ਗੁਰਹਿਤ ਉਮ ਕਿਉ ਹੀ ਕਨੇਰਾ। ਤੇ ਜਦ ਇੱਥੇ ਵੇਖਿਆ ਵੀ ਦੁਸ਼ਟ ਚੜ ਕੇ ਆ ਰਹੇ ਆ, ਦੁਸ਼ਮਣ ਚੜ ਕੇ ਆ ਰਹੇ ਆ, ਤੇ ਹੁਣ ਜਿਹੜੇ ਮੇਰੇ ਨਗਰ ਦੇ ਇਲਾਕੇ ਦੇ ਲੋਕ ਸਨ ਮਾਝੇ ਦੇ, ਉਹ ਤਾਂ ਬੇਦਾਵਾ ਲਿਖ ਕੇ ਦੇ ਗਏ। ਪਰ ਜਿਸ ਵੇਲੇ ਮੈਂ ਦੇਖਿਆ ਵੀ ਦੁਸ਼ਮਣ ਚੜ ਕੇ ਆ ਰਹੇ ਆ ਗੁਰੂ ਸਾਹਿਬ ਨਾਲ ਲੜਾਈ ਕਰਨ ਲਈ, ਤਾਂ ਸਿੰਘਨ ਕੇ ਸੰਗ ਇਥਾਈ ਤੁਰਕਨ ਸਾਥ ਮਚਾਈ ਲੜਾਈ। ਮੈਂ ਦਿਮਾਗ ਦੇ ਵਿੱਚੋਂ ਪੁੱਤਰ ਦੀ ਆਸ ਹੀ ਖਤਮ ਕਰ ਦਿੱਤੀ ਹੈ ਤੇ ਸਿੰਘਾਂ ਦੇ ਨਾਲ ਰਲ ਕੇ ਮੈਂ ਵੀ ਲੜਾਈ ਦੇ ਵਿੱਚ ਹਿੱਸਾ ਲਿਆ। ਮਾਈ ਭਾਗੋ ਕਹਿਣ ਲੱਗੀ ਅੱਜ ਵੀ ਮਾਤਾ ਭਾਗੋ ਦੀ ਬੰਦੂਕ ਜਿਹੜੀ ਘੱਟੋ ਘੱਟ 7-8 ਫੁੱਟ ਦੀ ਹੈ ਹਜੂਰ ਸਾਹਿਬ ਪਈ ਹੈ। ਗੁਰੂ ਪਿਆਰਿਓ ਇੱਕ ਸਾਂਗ ਸੀ ਉਹਦੇ ਕੋਲੇ, ਇਹਨਾਂ ਚੀਜ਼ਾਂ ਦੇ ਨਾਲ ਉਹ ਬੀਬੀ ਲੜੀ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਮਾਤਾ ਭਾਗ ਕੌਰ ਜੀ ਕਹਿਣ ਲੱਗੇ ਫਿਰ ਮੈਂ ਜੰਗ ਦੇ ਮੈਦਾਨ ਵਿੱਚ ਵੜ ਗਈ, ਉਹ ਇੱਛਾ ਹੀ ਤਿਆਗ ਦਿੱਤੀ ਪੁੱਤਰ ਵਾਲੀ। ਸਾਗ ਗਰਬੀ ਕਰ ਮੇਰੇ ਦੁਸ਼ਮਣ ਆਨ ਢੂਕਿਓ ਜਬ ਨੇੜੇ। ਮੇਰੇ ਕੋਲ ਗਰਬੀ ਤਕੜੀ ਜੀ ਸਾਂਗ ਸੀ, ਜਦੋਂ ਦੁਸ਼ਮਣ ਨੇੜੇ ਵਧਣ ਲੱਗਿਆ ਬਲ ਤੇ ਹਤੀ ਪਰੋਵਣ ਕੀਨਾ ਐ ਚੁਤ ਰੰਗ ਤੇ ਡਰ ਸੋਦੀਨਾ। ਇਹ ਸਾਂਗ ਕਿਹੋ ਜੀ ਹੁੰਦੀ ਹੈ? ਜਿਵੇਂ ਮਾਲਵੇ ਦੇ ਜ਼ਿਮੀਂਦਾਰਾਂ ਦੀ ਸਲੰਗ ਹੁੰਦੀ ਆ। ਕੋ ਅੱਗੋਂ 2 ਪੀਸ ਹੁੰਦੇ ਆ ਇਸ ਤਰ੍ਹਾਂ, ਪਿੱਛੋਂ ਇੱਕ ਡੰਡਾ ਹੁੰਦਾ। ਇਹ ਕਿਸੇ ਟਾਹਣੇ ਨੂੰ ਤੋੜ ਕੇ ਵੀ ਬਣਾਈ ਜਾ ਸਕਦੀ ਆ, ਸਪੈਸ਼ਲ ਵੀ ਬਣਾਈ ਜਾ ਸਕਦੀ ਆ। ਇਹ ਸਾਂਗ ਸ਼ਸਤਰ ਹੈ, ਜਦੋਂ ਦੁਸ਼ਮਣ ਨੇੜੇ ਆਉਂਦਾ ਉਹਦੇ ਢਿੱਡ ਵਿੱਚ ਖਵਾਉਂਦੀ ਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਕਹਿੰਦੀ ਮੇਰੇ ਕੋਲ ਸ਼ਸਤਰ ਸਾਂਗ ਆ ਗਿਆ ਤੇ ਮੈਂ ਦੁਸ਼ਮਣਾਂ ਦੇ ਢਿੱਡ ਵਿੱਚ ਪਰੋ ਕੇ ਉਹਨਾਂ ਨੂੰ ਮਾਰਨਾ ਕੀਤਾ ਹੈ। ਔਰ ਜਦੋਂ ਹੋਰ ਮੇਰੇ ਵੱਲ ਆਏ ਤੇ ਫਿਰ ਮੈਂ ਵੀ ਤਲਵਾਰ ਕੱਢ ਲਈ ਤੇ 2-4 ਨੂੰ ਤਲਵਾਰ ਨਾਲ ਮਾਰਿਆ। ਰਾਵਰ ਦੇ ਕਰ ਹੱਥ ਬਚਾਈ ਅਬ ਬਾਦਸ਼ਾਹ ਮੁਝ ਰਹੀ ਨਾ ਕਾਈ। ਔਰ ਮਹਾਰਾਜ ਇਹ ਜੰਗ ਦੇ ਮੈਦਾਨ ਵਿੱਚ ਜਿੱਥੇ ਮੈਂ ਸੇਵਾ ਕੀਤੀ ਤੁਸੀਂ ਹੱਥ ਦੇ ਕੇ ਮੇਰੀ ਜਾਨ ਵੀ ਬਚਾ ਲਈ ਆ, ਤੇ ਹੁਣ ਮੈਂ ਕੋਈ ਪੁੱਤਰ ਦੀ ਇੱਛਾ ਨਹੀਂ ਰੱਖਦੇ। ਸਤਿਗੁਰ ਸੰਗ ਰਹੋ ਨਿਤ ਆਵੈ ਜਗਤ ਕਾਨ ਕੀ ਲਾਜ ਤਬ ਸਬੈ। ਹੁਣ ਮੈਂ ਸਾਰੀ ਸੰਸਾਰ ਦੀ ਕਾਨ ਤਿਆਗ ਕੇ, ਕਾਨ ਹੁੰਦੀ ਹੈ ਸ਼ਰਮ ਲਾਜ ਲੋਕ ਲਾਜ, ਕਹਿੰਦੀ ਹੁਣ ਮੈਂ ਲੋਕ ਲਾਜ ਤਿਆਗ ਕੇ ਤੁਹਾਡੇ ਨਾਲ ਹੀ ਜਾਊਂਗੀ, ਮੈਂ ਹੁਣ ਪਿੰਡ ਵਾਪਸ ਵੀ ਨਹੀਂ ਮੁੜਨਾ। ਕਹੋ ਸਤਨਾਮ। ਜਗਤ ਕਾਲ ਹੁੰਦੀ ਹੈ ਲੋਕ ਲਾਜ ਵੀ, ਲੋਕ ਕੀ ਕਹਿਣਗੇ ਜੋ ਮਰਜੀ ਕਹਿਣ ਬਾਦਸ਼ਾਹ, ਹੁਣ ਮੈਨੂੰ ਜੋ ਚਾਹੀਦਾ ਉਹ ਤੁਹਾਡੇ ਤੋਂ ਲੈਣਾ। ਮੈਨੂੰ ਪੁੱਤਰ ਦੀ ਭਾਵਨਾ ਨਹੀਂ ਰਹਿ ਗਈ ਔਰ ਮੈਂ ਲੋਕ ਲਾਜ ਤਿਆਗ ਕੇ ਤੁਹਾਡੇ ਨਾਲ ਰਹਿਣਾ ਹੈ। ਕਿਸੇ ਸਤਿਗੁਰ ਬਾਗੁ ਚਾਰਾ ਭਲੋ ਮਨੋਰਥ ਤੈ ਉਰਤਾਰਾ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅੱਛਾ ਬੇਟੇ ਠੀਕ ਆ, ਇਹ ਤੂੰ ਚੰਗਾ ਸੋਚਿਆ। ਜਨਮ ਮਰਨ ਤੇ ਅਬ ਛੁਟ ਜਾਏ, ਲੋਕ ਲਾਜ ਕੋ ਤਿਆਗਨ ਕਹਿ। ਇਹ ਲੋਕ ਲਾਜ ਤਿਆਗਣੀ ਬਹੁਤ ਔਖੀ ਆ, ਵੀ ਦੁਨੀਆ ਕੀ ਕਹੂਗੀ। ਚੰਗੇ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਪਰ ਕਈ ਵਾਰੀ ਬੰਦੇ ਦਾ ਖਿਆਲ ਹੁੰਦਾ ਵੀ ਲੋਕ ਕੀ ਕਹਿਣਗੇ ਯਾਰ, ਜੇ ਮੈਂ ਅੰਮ੍ਰਿਤ ਛਕ ਲਿਆ, ਮੇਰੇ ਦੋਸਤ ਮਿੱਤਰ ਪਿਆਲੇ ਵਾਲੇ ਕੀ ਕਹਿਣਗੇ ਮੈਨੂੰ, ਵੀ ਯਾਰ ਕੀ ਤੂੰ ਕਿਹੜੇ ਰਾਹ ਪੈ ਗਿਆ। ਪਿੱਛੇ 84 ਵੇਲੇ ਬੜਾ ਕਤਲੇਆਮ ਹੋਇਆ, ਤੇ ਗੁਰੂ ਪਿਆਰਿਓ ਬਹੁਤ ਸਾਰੇ ਨੌਜਵਾਨ ਜਿਹੜੇ ਸਾਨੂੰ ਬਚਣ ਦੇ ਲਈ ਸਿੱਖੀ ਦੇ ਵਿੱਚੋਂ ਬਾਹਰ ਵੀ ਨਿਕਲਣ ਲੱਗੇ। ਬਹੁਤ ਸਾਰੇ ਨੌਜਵਾਨ ਕੇਸ ਕਤਲ ਕਰਾਉਣ ਲੱਗੇ, ਤੇ ਕਵੀਆਂ ਨੇ ਗਾਉਣ ਵਾਲਿਆਂ ਨੇ ਗੀਤ ਹੀ ਬਣਾਤਾ, ਇਹ ਕੀ ਪੁੱਤਰਾ ਤੂੰ ਕਰਿਆ। ਕਈ ਨੌਜਵਾਨ ਬੱਚੇ ਸਿੱਖੀ ਦੇ ਵਿੱਚ ਪ੍ਰਵੇਸ਼ ਵੀ ਕੀਤੇ ਉਸ ਵੇਲੇ ਮਹਾਂਪੁਰਸ਼ ਬਾਬਾ ਭਿੰਡਰਾਂ ਵਾਲਿਆਂ ਦੀ ਸੰਗਤ ਕਰਕੇ ਗੁਰੂ ਪਿਆਰਿਓ। ਪਰ ਆਮ ਲੋਕਾਂ ਦੇ ਵਾਸਤੇ ਉਹਨੇ ਖਿਆਲ ਸੀ ਉਹਨਾਂ ਲੋਕਾਂ ਦਾ, ਕਵੀਆਂ ਦਾ, ਜਿਨ੍ਹਾਂ ਗੀਤ ਬਣਾਇਆ ਇਹ ਬਈ ਇਹ ਚੰਗਾ ਨਹੀਂ, ਹੁਣ ਤਾਂ ਕਤਲੇਆਮ ਕਰੀ ਜਾਂਦੇ ਆ, ਸਿੱਖ ਵੇਖਦੇ ਆ ਵੱਢ ਦਿੰਦੇ ਆ, ਪੁੱਤਰਾ ਤੂੰ ਕਿਉਂ ਸਿੱਖ ਬਣ ਗਿਆ। ਤੋ ਇਸ ਤਰ੍ਹਾਂ ਇਹ ਹੁੰਦੀ ਆ ਲੋਕ ਲਾਜ। ਉਹ ਮਹਾਨ ਨੌਜਵਾਨ ਸੰਤ ਭਿੰਡਰਾਂ ਵਾਲਿਆਂ ਦੇ ਪ੍ਰਚਾਰ ਦਾ ਸਦਕਾ ਕੌਮ ਜਾਗ ਪਈ ਸੀ ਅਤੇ ਗੁਰੂ ਕੀ ਸਿੱਖੀ ਵਿੱਚ ਆਉਣ ਲੱਗੀ ਸੀ। ਬਹੁਤ ਜ਼ਿਆਦਾ ਆਈ ਆ ਉਸ ਵੇਲੇ। ਜੇ ਮਹਾਂਪੁਰਸ਼ ਹੋਰ ਸਮਾਂ ਰਹਿ ਜਾਂਦੇ ਤੇ ਇੱਥੇ ਇਹ ਸਿੱਖੀ ਦਾ ਰੰਗ ਇੱਕਦਮ ਬਹੁਤ ਪਲਟ ਜਾਣਾ ਸੀ। ਖੈਰ ਚਲੋ ਉਹਦੇ ਭਾਣੇ ਵਿੱਚ ਹੈ। ਇਸ ਤਰ੍ਹਾਂ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਲੋਕ ਲਾਜ ਤਿਆਗਣੀ ਬਹੁਤ ਔਖੀ ਆ ਬੀਬੀ, ਜਿਹੜੀ ਤੂੰ ਲੋਕ ਲਾਜ ਤਿਆਗ ਕੇ ਇਹ ਪਰਨ ਕੀਤਾ ਤੇਰੀ ਮੁਕਤੀ ਵੀ ਹੋਵੇਗੀ। ਇਸ ਪ੍ਰਕਾਰ ਕਰਕੇ ਕ੍ਰਿਤ ਸਾਰੀ, ਮਹਾ ਸਿੰਘ ਕੀ ਬਾਤ ਚਿਤਾਰੀ। ਫਿਰ ਪਾਤਸ਼ਾਹ ਜੀ ਉਸ ਦਾ ਸੰਸਕਾਰ ਕਰਕੇ ਬੀਬੀ ਦੇ ਮੱਲ੍ਹਮਾਂ ਜ਼ਖਮ ਪੱਟੀਆਂ ਕੀਤੀਆਂ। ਗੁਰੂ ਪਿਆਰਿਓ ਮੱਲ੍ਹਮ ਪੱਟੀ ਕੀਤੀ ਜ਼ਖਮਾਂ ਤੇ। ਉਸ ਤੋਂ ਬਾਅਦ ਬੈਠ ਗਏ। ਫਿਰ ਮਹਾ ਸਿੰਘ ਦੀਆਂ ਗੱਲਾਂ ਚੱਲੀਆਂ ਜੀ। ਤੀਨੋਂ ਮਹਾ ਸਿੰਘ ਉਪਕਾਰਾ, ਅਪਰਨਾ ਦੀਨਸ ਰਹੇ ਵਿਚਾਰਾ। ਔਰ ਪਾਤਸ਼ਾਹ ਕਹਿੰਦੇ ਕਮਾਲ ਦੀ ਗੱਲ ਹੈ, ਮੈਂ ਬੜਾ ਜ਼ੋਰ ਲਾਇਆ ਮਹਾ ਸਿੰਘ ਨੂੰ ਕਿ ਤੂੰ ਆਪਦੇ ਵਾਸਤੇ ਕੁਝ ਮੰਗ ਲਾ। ਜੇ ਤੈਨੂੰ ਕਹੇ ਤਾਂ ਲੰਬੀ ਉਮਰ ਦੇ ਦਿੰਨਾ, ਜੇ ਤੂੰ ਕਹੇ ਤਾਂ ਤੇਰਾ ਮੈਂ ਜੀਵਨ ਜਿਹੜਾ ਹੈ ਬਚਾ ਕਰਕੇ ਲੰਬੀ ਉਮਰ ਕਰ ਦਿਆਂਗਾ, ਤੈਨੂੰ ਰਾਜਾ ਬਣਾ ਦਿਆਂਗਾ ਮਾਤ ਲੋਕ ਦਾ। ਪਰ ਉਸਨੇ ਹੋਰ ਕੁਝ ਵੀ ਮੰਗਣ ਦੀ ਬਜਾਏ ਗਈ ਟੂਟੀ ਸਭ ਸੰਗਤ, ਭਈ ਪ੍ਰਵੇਸ਼ ਗੁਰੂ ਕੀ ਪੰਗਤ। ਤੋ ਬੀਬੀ ਮੇਲ ਲਿਆ ਸਾਰਿਆਂ ਨੂੰ, ਉਹ ਬੇਦਾਵਾ ਪਾੜ ਦਿੱਤਾ। ਬੀਬੀ ਬਾਅਦ ਚ ਮਿਲੀ ਨਾ, ਤੇ ਪਾਤਸ਼ਾਹ ਦੱਸਦੇ ਆ ਫਿਰ ਸਿੰਘਾਂ ਨੂੰ ਬੀਬੀ ਨੂੰ ਕਿ ਮਹਾ ਸਿੰਘ ਨੇ ਟੁੱਟਿਆ ਹੋਇਆਂ ਨੂੰ ਦੁਬਾਰਾ ਮੇਲ ਲਿਆ। ਉਹ ਜਾਂਦਾ ਹੋਇਆ ਬੇਦਾਵਾ ਪੜਵਾ ਗਿਆ ਹੈ ਔਰ ਮਾਝੇ ਦੀ ਸੰਗਤ ਨੂੰ ਨਾਲ ਜੋੜ ਗਿਆ। ਸਭ ਸੇ ਬਨ ਸੁਨਾਏ ਬਖਸੰਗੀ, ਸਭਨ ਸੁਨਾਈ ਬਖਾਨਾ, ਭਲੋ ਕਾਜ ਕੀਨਸ ਹਿਤ ਠਾਨਾ। ਔਰ ਭਾਈ ਮਹਾ ਸਿੰਘ ਦੀ ਇਹ ਬਹੁਤ ਵੱਡੀ ਕੁਰਬਾਨੀ ਹੈ, ਆਪਣਾ ਜੀਵਨ ਲਾ ਕਰਕੇ ਜਿਸਨੇ ਗੁਰੂ ਪਿਆਰਿਓ ਮਾਤ ਲੋਕ ਦੇ ਵਿੱਚ ਆਪਣੀ ਜ਼ਿੰਦਗੀ ਲਾ ਕਰਕੇ ਸਤਿਗੁਰਾਂ ਦੇ ਕੋਲੋਂ ਉਹ ਬੇਦਾਵੇ ਵਾਲਾ ਕਾਗਜ਼ ਪੜਵਾ ਕੇ ਦੁਬਾਰਾ ਟੁੱਟੀ ਸੰਗਤ ਨੂੰ ਜੋੜਨਾ ਕੀਤਾ ਜੀ। ਮੇਰੇ ਲਈ ਟੁੱਟੀ ਸਭ ਸੰਗਤ, ਭਏ ਪ੍ਰਕਾਸ਼ ਗੁਰੂ ਕੀ ਪੰਗਤ। ਔਰ ਜਿਹੜੇ ਟੁੱਟੇ ਹੋਏ ਸੀ ਦੁਬਾਰੇ ਗੁਰੂ ਕੀ ਸੰਗਤ ਵਿੱਚ ਮਿਲ ਗਏ ਹਨ। ਸੰਗੀ ਸਭਨ ਸੁਨਾਈ ਬਖਾਨਾ, ਭਲੋ ਕਾਜ ਕੀਨਸ ਹਿਤ ਠਾਨਾ। ਭਾਈ ਮਹਾ ਸਿੰਘ ਦਾ ਇਹ ਵੱਡਾ ਪਰਉਪਕਾਰ ਹੈ ਮਾਝੇ ਵਾਲਿਆਂ ਤੇ। ਗੁਰਸਿੱਖੀ ਕੀ ਬੜ ਬੁਨਿਆਦ, ਬਿਗੜੀ ਗਈ ਹੁੰਦੀ ਸੋ ਬਾਦ। ਨਹੀਂ ਤਾਂ ਮਾਝੇ ਦੇ ਵਿੱਚੋਂ ਸਿੱਖੀ ਦੀ ਨਿਉ ਹੀ ਪੱਟੀ ਗਈ ਸੀ, ਨਹੀਂ ਤਾਂ ਮਾਝੇ ਵਿੱਚੋਂ ਸਿੱਖੀ ਚਲੀ ਗਈ ਸੀ, ਬੁਨਿਆਦ ਨਿਉ ਪੱਟੀ ਗਈ ਸੀ, ਵਿਗੜ ਗਈ ਸੀ ਗੱਲ। ਔਰ ਮਿਲਣ ਕੋ ਵਕਤ ਨ ਕੋਈ, ਪ੍ਰਾਣ ਦੀਨ ਲੋ ਕਬ ਕ੍ਰਿਤ ਹੋਏ। ਪਾਤਸ਼ਾਹ ਕਹਿੰਦੇ ਐਦੂ ਬਾਅਦ ਫਿਰ ਸਮਾਂ ਨਹੀਂ ਸੀ ਮਿਲਣਾ। ਜੇ ਅੱਜ ਮਹਾ ਸਿੰਘ ਹੋਰੀ ਤੇ ਤੁਸੀਂ 40 ਸਿੰਘ ਆ ਕੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਾਣ ਨਾ ਤਿਆਗਦੇ ਤਾਂ ਫਿਰ ਗੁਰੂ ਸਾਹਿਬ ਜੀ ਮਹਾਰਾਜ ਵੀ ਅਲੋਪ ਹੋ ਜਾਂਦੇ। ਤੇ ਫਿਰ ਕਿਹਨੇ ਕਹਿਣਾ ਸੀ ਬੇਦਾਵਾ ਪਾੜੋ, ਤੇ ਕਿਹਨੇ ਪਾੜਨਾ ਸੀ। ਫਿਰ ਮੁੜ ਕੇ ਇਹ ਜਹਿੰਦੀ ਦੁਨੀਆ ਤੱਕ ਇਹ ਗੱਲ ਚੱਲਣੀ ਸੀ। ਪਰ ਧੰਨ ਹੈ ਭਾਈ ਮਹਾ ਸਿੰਘ, ਉਹਨੇ ਸੋ ਹੋਵਨ ਉਪਕਾਰੀ, ਤਜ ਨਿਜ ਹਿਤੇ ਬਾਤ ਸੁਧਾਰੀ। ਜਿਸ ਮਹਾ ਸਿੰਘ ਨੇ ਆਪਣਾ ਖਿਆਲ ਛੱਡ ਕੇ, ਆਪਣਾ ਹਿੱਤ ਛੱਡ ਕੇ ਆਪਣੇ ਦੇਸ਼ ਦਾ ਭਲਾ ਮੰਗਿਆ। ਸਿੱਖੀ ਰੱਖੀ ਤਿਸ ਦੇਸ਼ੋ, ਹੋਤੇ ਕਦੀਮੀ ਸਿੱਖ ਅਸ਼ੀਸ਼ੋ। ਜਿਸ ਦੇ ਪੁਰਾਣੇ ਸਮਿਆਂ ਤੋਂ ਗੁਰੂ ਕੇ ਸਿੱਖ ਬਣਦੇ ਆ ਰਹੇ ਹਨ, ਜਿੱਥੋਂ ਸਿੱਖੀ ਚਲੀ ਗਈ ਸੀ ਬੇਦਾਵਾ ਲਿਖਣ ਕਰਕੇ, ਤੇ ਉਹ ਜਿਹੜੀ ਹੈ ਰੱਖ ਲਈ ਮਹਾ ਸਿੰਘ ਨੇ ਦੁਬਾਰਾ। ਸ੍ਰੀ ਗੁਰੂ ਨਾਨਕ ਆਦ ਗਿਆਰ, ਵਿਚਰੇ ਬਸੇ ਅਦਿਕ ਤਿਸ ਠੌਰ। ਜਿਸ ਮਾਝੇ ਦੇ ਇਲਾਕੇ ਵਿੱਚ ਗੁਰੂ ਨਾਨਕ ਤੋਂ ਲੈ ਕੇ ਹੀ ਗੁਰੂ ਵਿਚਰਦੇ ਰਹੇ ਹਨ, ਕਿਉਂਕਿ ਉਸ ਇਲਾਕੇ ਦੇ ਵਿੱਚ
ਜੇ ਹਰਿਮੰਦਰ ਸਾਹਿਬ ਦੀ ਗੱਲ ਕਰੀਏ ਤੇ ਇੱਥੇ 6 ਗੁਰੂਆਂ ਦੀ ਅੰਮ੍ਰਿਤਸਰ ਦੇ ਵਿੱਚ ਵਾਸਾ ਰਿਹਾ ਔਰ ਬਾਬਾ ਨਾਨਕ ਵੀ ਪਰਲੇ ਪਾਸਿਓਂ ਨਨਕਾਣਾ ਸਾਹਿਬ ਤੋਂ ਆ ਕੇ ਇੱਥੇ ਵਿਚਰਦੇ ਹੁਣ, ਕਿਉਂਕਿ ਇੱਕ ਕੰਧ ਹੀ ਸੰਨ ਹੈ ਵਿਚਾਲੇ। ਗੁਰੂ ਪਿਆਰਿਓ, ਵਾੜ ਹੀ ਹੈ ਸਰਕਾਰੀ ਅੱਜ ਕੱਲ੍ਹ। ਵੈਸੇ ਤਾਂ ਸਾਰਾ ਦੇਸ਼ ਕੋਈ ਦੂਰ ਨਹੀਂ ਗਾ, ਕਰਤਾਰਪੁਰ ਵੀ ਨੇੜੇ ਹੈ, ਨਨਕਾਣਾ ਸਾਹਿਬ ਵੀ ਨੇੜੇ ਹੀ ਹੈ ਸਾਹਮਣੇ ਤਾਂ, ਪਰ ਗੁਰੂ ਪਿਆਰਿਓ ਹੱਦਬੰਦੀ ਹੋਣ ਕਰਕੇ ਹੁਣ ਦੂਰ ਹੋ ਗਏ ਆ। ਗੁਰੂ ਕਿਰਪਾ ਕਰਨਗੇ, ਨੇੜੇ ਕਰਨਗੇ। ਕਹਿੰਦੇ ਇਹ ਉਹ ਇਲਾਕਾ ਹੈ ਜਿੱਥੇ ਪਹਿਲੇ ਕਈ ਗੁਰੂਆਂ ਦੇ ਚਰਨ ਪਏ ਹਨ। ਸਹੀ ਨਹੀਂ ਕਸਵੱਟੀ ਅਬ ਕੀ, ਖਾਰਜ ਸਿੱਖੀ ਕੀਨਸ ਤਬ ਕੀ। ਔਰ ਹੁਣ ਜਿਹੜੀ ਕਸਵੱਟੀ ਲੱਗੀ ਸੀ ਮਾਝੇ ਵਾਲਿਆਂ ਤੇ, ਉਹ ਕਸਵੱਟੀ ਤੇ ਖਰੇ ਨਹੀਂ ਸੀ ਉਤਰੇ ਔਰ ਸਿੱਖੀ ਤੋਂ ਖਾਰਜ ਹੋ ਗਏ ਸੀ। ਚੌਧਰੀ ਨੰਬਰ ਤੱਕ ਆ ਕਹਿੰਦੇ ਸੀਗੇ ਬਈ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ। ਤੇ ਪਾਤਸ਼ਾਹ ਕਹਿੰਦੇ ਲਿਖ ਦਿਓ। ਕਹਿੰਦੇ ਇਹ ਕਸੌਟੀ ਲੱਗੀ ਸੀ ਤੇ ਸਿੱਖੀ ਚੋਂ ਨਿਕਲ ਗਏ ਸੀ। ਮਹਾ ਸਿੰਘ ਬਨ ਸਿੰਘ ਅਬ, ਆਪਣੇ ਦੇਸ਼ ਉਧਾਰ ਦਿਓ ਸਭ। ਔਰ ਭਾਈ ਮਹਾ ਸਿੰਘ ਨੇ ਫਿਰ ਸਿੰਘ ਬਣਨਾ ਕੀਤਾ, ਸ਼ੇਰ ਬਣਨਾ ਕੀਤਾ। ਆਪਣੇ ਸਾਥੀਆਂ ਨੂੰ ਲੈ ਕਰਕੇ ਜੰਗ ਦੇ ਮੈਦਾਨ 'ਚ ਵੜਿਆ, ਜਾਨਾਂ ਹੂਲ ਗਏ ਔਰ ਆਪਣੇ ਦੇਸ਼ ਦੇ ਉੱਤੇ ਪਰਉਪਕਾਰ ਕਰ ਦਿੱਤਾ ਹੈ। ਸ਼੍ਰੀ ਪ੍ਰਭ ਬਾਰ ਉਚਾਰੀ, ਟੂਟੀ ਮੇਲਣ ਬਾਤ ਚਿਤਾਰੀ। ਇਹ ਉਹ ਸਤਿਗੁਰਾਂ ਨੇ ਉੱਥੇ ਫਿਰ ਸਿੰਘਾਂ ਵਿੱਚ ਬੈਠ ਕੇ ਇਹ ਗੱਲ ਟੁੱਟੀ ਗੰਢਣ ਦੀ ਕਈ ਵਾਰੀ ਕਹੀ। ਭਾਵ ਪਾਤਸ਼ਾਹ ਨੂੰ ਵੀ ਖੁਸ਼ੀ ਇੰਨੀ ਹੋਈ ਕਿ ਜਿਵੇਂ ਕਿਸੇ ਦਾ ਵਿਛੜਿਆ ਪੁੱਤ ਮਿਲ ਜਾਵੇ ਤੇ ਮਾਂ ਉਹਨੂੰ ਘੁੱਟ ਘੁੱਟ ਕੇ ਛਾਤੀ ਨਾਲ ਲਾਉਂਦੀ ਹੈ ਵਾਰ-ਵਾਰ, ਮੇਰਾ ਪੁੱਤ ਕਿੱਥੇ ਚਲਿਆ ਗਿਆ ਸੀ। ਇੱਦਾਂ ਹੀ ਗੁਰੂ ਕੇ ਸਿੰਘ ਵਿਛੜ ਗਏ ਸੀ। ਅਗਰ ਭਾਈ ਮਹਾ ਸਿੰਘ ਅੱਜ ਇਹ ਕੰਮ ਨਾ ਕਰਦਾ ਤੇ ਮੁੜ ਕੇ ਹੋਣਾ ਹੀ ਨਹੀਂ ਸੀ। ਕਹੋ ਸਤਿਨਾਮ। ਇਸ ਕਰਕੇ ਧੰਨ ਹੈ ਭਾਈ ਮਹਾ ਸਿੰਘ। ਭੂਤ ਭਵਿੱਖ ਵਿਚਾਰ ਪ੍ਰਸੰਗ, ਪਏ ਆਨੰਦ ਪਰੂ ਸਰਬੰਗ। ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਗ ਬਹੁਤ ਖੁਸ਼ ਹੋਏ ਹਨ ਮਾਝੇ ਵਾਲਿਆਂ ਤੇ ਭਾਈ ਮਹਾ ਸਿੰਘ ਤੇ। ਭੂਤ ਭਵਿੱਖ ਬੀਤੇ ਅਤੇ ਆਉਣ ਵਾਲੇ ਸਮੇਂ ਨੂੰ ਜਾਣ ਕਰਕੇ। ਖਾਨਾ ਗਿਓ ਕਪੂਰੀ ਪਾਸ, ਗੁਰ ਕੀ ਗਤ ਨੇ ਕਰੀ ਪ੍ਰਕਾਸ਼। ਔਰ ਖਾਨਾ ਜਿਹੜਾ ਹੈ ਜਿਸ ਨੇ ਭੇਜਿਆ ਸੀਗਾ ਮਾਰਗਦਰਸ਼ਨ ਕਰਨ ਵਾਸਤੇ ਪਾਤਸ਼ਾਹ ਜੀ ਦਾ, ਔਰ ਇਸ ਨੇ ਪਾਣੀ ਵੱਟੇ ਪਹਿਲਾਂ 1 ਰੁਪਈਆ ਲਿਆ, ਫਿਰ ਮੋਹਰ ਮੰਗੀ, ਉਹ ਵੀ ਦੇਤਾ। ਹੁਣ ਇਹ ਖਾਨਾ ਜੰਗ ਦੇ ਮੈਦਾਨ ਦੇ ਵਿੱਚੋਂ ਜਿਹੜਾ ਹੈ ਵਾਪਸ ਚਲਿਆ ਗਿਆ, ਪੁੱਠਾ ਚਲਿਆ ਗਿਆ ਹੈ ਕਪੂਰੇ ਕੋਲ। ਪਰ ਕਪੂਰੇ ਕੋਲ ਜਾ ਕੇ ਇਹਨੇ ਗੁਰੂ ਦੀ ਕੋਈ ਗੱਲ ਨਹੀਂ ਦੱਸੀ। ਦੂਸ਼ਣ ਹੀ ਲਸ਼ਕਰ ਮੇ ਰਹੈ, ਬਿਦਤੇ ਗੁਰੂ ਆਪ ਹੀ ਰਹੈ। ਇਸ ਤਰ੍ਹਾਂ ਗੁਰੂ ਪਿਆਰੋ ਜਦ ਗੁਰੂ ਜੀ ਪ੍ਰਗਟ ਹੋਣਗੇ ਤੇ ਆਪੇ ਪਤਾ ਲੱਗ ਜੂ। ਭਾਵੇਂ ਚੁੱਪ ਇਸ ਕਰਕੇ ਰਿਹਾ ਵੀ ਆਪਾਂ ਇਹ ਦੱਸਣਾ ਵੀ ਗੁਰੂ ਸਾਹਿਬ ਸਹੀ ਸਲਾਮਤ ਹੈ, ਕਿਉਂਕਿ ਵਜੀਦੇ ਹੋਰਾਂ ਨੂੰ ਇਹ ਹੋ ਗਿਆ ਸੀਗਾ ਵੀ ਗੁਰੂ ਸਾਹਿਬ ਵੀ ਸ਼ਹੀਦ ਹੋ ਗਏ ਹੋਣਗੇ, ਪਰ ਆਪਾਂ ਨੂੰ ਸਰੀਰ ਨਹੀਂ ਲੱਭਣਾ। ਹੁਣ ਚੱਲ ਮੁੜ ਚੱਲੋ। ਕੋਸ਼ਿਸ਼ ਕਰਦੇ ਸੀ ਲੱਭਣ ਦੀ, ਪਰ ਕਪੂਰਾ ਕਹਿੰਦਾ ਇਹਨਾਂ ਨੂੰ ਬਚਾ ਲਓ, ਜਿਹੜੇ ਅੱਧ ਮਰੇ ਹਨ ਇਹਨਾਂ ਨੂੰ ਛੱਡੋ, ਜਿਹੜੇ ਮਰ ਚੁੱਕੇ ਆ। ਕੋਈ ਸਤਿਨਾਮ। ਫਿਰ ਵਜੀਦਾ ਮੁੜ ਗਿਆ ਸੀ ਆਪਣਾ ਬਚਿਆ ਲਸ਼ਕਰ ਲੈ ਕੇ, ਤੇ ਇਹਨੂੰ ਪਤਾ ਸੀਗਾ ਵੀ ਗੁਰੂ ਸਾਹਿਬ ਸਹੀ ਸਲਾਮਤ ਇੱਥੋਂ ਨਿਕਲ ਗਏ ਹਨ। ਗੁਰੂ ਸਾਹਿਬ ਉੱਥੋਂ ਚਲੇ ਗਏ ਅੱਗੇ ਨੂੰ ਮੁਕਤਸਰ ਸਾਹਿਬ ਤੋਂ, ਤੇ ਇਹ ਖਾਨਾ ਵਾਪਸ ਕੋਟ ਕਪੂਰੇ ਕੋਲ ਆਉਂਦਾ ਹੈ। ਥਲ ਜਲ ਹੀਨ ਜਾਨ ਗੁਣ ਖਾਨੀ, ਚਲ ਬੇਹਿਤ ਚਲਿਓ ਅਗਵਾਨੀ। ਔਰ ਇਸ ਤਰ੍ਹਾਂ ਫਿਰ ਜੰਗਲ ਦੇ ਇਲਾਕੇ 'ਚੋਂ ਮੁਕਤਸਰ ਸਾਹਿਬ ਦੇ ਇਲਾਕੇ 'ਚੋਂ ਇਹਨਾਂ ਸਿੰਘਾਂ ਦਾ ਸੰਸਕਾਰ ਕਰਕੇ ਉੱਥੇ ਹੀ ਉਹਨਾਂ ਦੇ ਫੁੱਲਾਂ ਨੂੰ, ਭਾਵ ਸਾਰੇ ਰਾਖ ਨੂੰ, ਸਵਾਸ ਨੂੰ ਉੱਥੇ ਹੀ ਨੱਪ ਕਰਕੇ ਉਹਨਾਂ ਦੇ ਉੱਤੇ ਗੰਜੇ ਸ਼ਹੀਦਾਂ ਥੜਾ ਬਣਾ ਦਿੱਤਾ ਸੀ। ਕਹੋ ਸਤਿਨਾਮ। ਫਿਰ ਬਾਅਦ ਦੇ ਵਿੱਚ ਸਿੰਘ ਸੰਗਤਾਂ ਨੇ ਹੌਲੀ ਹੌਲੀ ਉੱਥੇ ਹੁਣ ਤਾਂ ਰਚਨਾ ਬੜੀ ਚਹਿਲ ਪਹਿਲ ਹੈ। ਸਿੱਖ ਸੰਗਤਾਂ ਬਹੁਤ ਦਰਸ਼ਨ ਕਰਦੀਆਂ, ਆਪਣੇ ਕਾਰਜ ਪੂਰੇ ਕਰਦੀਆਂ। ਖੈਰ ਇਸ ਨੇ ਜਾ ਕੇ ਨਹੀਂ ਦੱਸਿਆ ਵੀ ਗੁਰੂ ਸਾਹਿਬ ਸਹੀ ਸਲਾਮਤ ਹਨ, ਸ਼ਹੀਦ ਨਹੀਂ ਹੋਏ। ਇਹ ਚੁੱਪ ਹੀ ਰਿਹਾ, ਕਹਿੰਦੇ ਆਪੇ ਪ੍ਰਗਟ ਹੋ ਜਾਣਗੇ ਜਦੋਂ ਟਾਈਮ ਆਊਗਾ। ਰਾਖੀ ਚਾਕਰ ਜੇ ਬੈਰਾੜ, ਚਲੋ ਅਗਰ ਤੁਮ ਪਿੱਖੀ ਉਜਾੜ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਮੁਕਤਸਰ ਸਾਹਿਬ ਤੋਂ ਚਾਲੇ ਪਾਉਂਦੇ ਆ। ਵਰਾੜਾ ਨੂੰ ਕਹਿੰਦੇ ਚਲੋ ਵੀ ਫੌਜੋ, ਤੁਸੀਂ ਜੰਗਲ ਦੇ ਇਲਾਕੇ ਨੂੰ ਜਾਣਦੇ ਹੋ, ਚਲੋ ਤੁਹਾਡੇ ਇਲਾਕੇ ਵੱਲ ਚੱਲਦੇ ਆ। ਹੁਣ ਨਿਰਮਲ ਜਲ ਕੋ ਥਲ ਜਿਤ ਪਾਵੋ, ਚਲੋ ਸ਼ੀਘਰ ਤੈ ਸਿਵਰ ਟਿਕਾਵੋ। ਔਰ ਜਿੱਥੇ ਢਾਬ ਕਿਤੇ ਹੋਵੇ, ਪਾਣੀ ਦਾ ਖੁੱਲਾ ਇੰਤਜ਼ਾਮ ਹੋਵੇ ਨਾ, ਉੱਥੇ ਜਾ ਕੇ ਆਪਾਂ ਪੜਾ ਕਰਾਂਗੇ। ਤਾਂ ਮੁਕਤਸਰ ਸਾਹਿਬ ਤੋਂ ਪਾਤਸ਼ਾਹ ਬਰਾੜਾ ਨੂੰ ਅੱਗੇ ਲਾ ਕੇ ਚੱਲ ਪਏ। ਕਹਿ ਤੋਰ ਤੁਰੰਗਮ ਚਲੇ, ਇੱਕ ਸਰਾਏ ਹੀਰੀ ਥਲ ਭਲੇ। ਔਰ ਗੁਰੂ ਪਿਆਰਿਓ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਤੁਰੇ ਆ ਰਹੇ ਹਨ ਘੋੜਿਆਂ ਤੇ ਬਿਰਾਜਮਾਨ ਹੋ ਕੇ। ਅੱਗੇ ਇੱਕ ਚੰਗਾ ਸਥਾਨ ਦਿਸਿਆ, ਤਹੀਂ ਸਰੋਵਰ ਸੁੰਦਰ ਹੀਰਾ, ਤਿਸ ਕੀ ਤੀਰ ਕਰਿਓ ਗੁਰ ਡੇਰਾ। ਉਹ ਸੀ ਇੱਕ ਸਰਾਏ, ਤੇ ਉਹ ਸਰਾਂ ਦੇ ਕਿਨਾਰੇ ਕਹਿੰਦੇ ਚੰਗਾ ਸਰੋਵਰ ਦੇਖਿਆ।
ਉੱਥੇ ਪਾਤਸ਼ਾਹ ਨੇ ਉਤਾਰਾ ਕੀਤਾ ਹੈ ਜੀ। ਜੈਕੇ ਉਤਰ ਤੁਰੰਗ ਲਗਾਏ ਤ੍ਰਿ ਕਾਸ਼ਟ ਇਕੱਠੇ ਕਰਵਾਏ। ਉਸ ਸਰਾਂ ਦੇ ਕੋਲ, ਉਸ ਜਲ ਦੇ ਸਰੋਤ ਸਰੋਵਰ ਦੇ ਕੋਲ ਪਾਤਸ਼ਾਹ ਜੀ ਨੇ ਉਤਾਰਾ ਕੀਤਾ, ਪੜਾ ਕੀਤਾ, ਇੱਥੇ ਰੋਕਣ ਦੀ ਸਲਾਹ ਕਰ ਲਈ ਹੈ। ਵਿਚਰਤ ਪਏ ਸਿੰਘ ਜੈ ਕਹਾ ਏਕ ਸਾਧ ਕੋ ਆਸ਼ਰਮ ਤਹਾ। ਔਰ ਸਿੰਘ ਜਿਹੜੇ ਹਨ ਜੰਗਲ ਵਿੱਚ ਵਿਚਰਨ ਲੱਗੇ, ਘੋੜਿਆਂ ਦਾ ਘਾਹ ਇਕੱਠਾ ਕਰਨਾ ਔਰ ਲੰਗਰ ਵਾਸਤੇ ਲੱਕੜਾਂ ਇਕੱਠੀਆਂ ਕਰਨੀਆਂ। ਤੇ ਉਹਨਾਂ ਕਹਿੰਦੇ ਸਿੰਘਾਂ ਨੇ ਜੰਗਲ ਦੇ ਵਿੱਚ ਇੱਕ ਸਾਧ ਦਾ ਡੇਰਾ ਦੇਖਿਆ। ਇਹ ਡੇਰਾ ਦੇਖ ਕੇ ਆ ਕੇ ਗੁਰੂ ਸਾਹਿਬ ਨੂੰ ਦੱਸਦੇ ਆ। ਗੁਰੂ ਸਾਹਿਬ ਇਸ ਵਿਸ਼ੇ ਤੇ ਕੀ ਕਹਿੰਦੇ ਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਬਨਹਾਰ, ਹੇ ਸੰਤਹਿ ਕੈ ਸਦਾ ਸੰਗ ਆਧਾਰ, ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਹੋਏ ਪਰੋਏ। ਆਏ ਪ੍ਰਭ ਸ਼ਰਨਾਗਤੀ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਹੋਤ ਨਿਹਾਲ, ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ ਸਰਵਣ ਕੀਤੇ, ਪਾਤਸ਼ਾਹ ਖੁਸ਼ੇ ਬਖਸ਼ਣ। ਆਓ ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।